रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। 18 ਮਾਰਚ 2022 ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਉਹਨਾਂ ਖਬਰਾਂ ਬਾਰੇ ਜੋ ਸਾਡੇ ਆਲੇ ਦੁਆਲੇ ਵਾਪਰਦੀਆਂ ਨੇ। ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਡਾਕਟਰ ਪੁਰੇਵਾਲ ਦਾ। ਡਾਕਟਰ ਸਾਹਿਬ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਅੱਜ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਪ੍ਰੀਮੀਅਰ ਜੌਨ ਹੌਗਨ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਲੈਟਰ ਲਿਖੀ ਆ। ਉਹ ਕਾਫੀ ਜ਼ਿਆਦਾ ਚਿੰਤਤ ਨੇ ਸਾਲਮਨ ਫਾਰਮਿੰਗ ਲਾਇਸੈਂਸਿੰਗ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹ ਹੁਣ ਉਹਨਾਂ ਨੇ ਰੀਨਿਊ ਨਹੀਂ ਕਰਨੇ ਤੇ ਉਹਨਾਂ ਨੇ ਲੈਟਰ ਦੇ ਵਿੱਚ ਲਿਖਿਆ ਕਿ ਕੋਸਟਲ ਕਮਿਊਨਿਟੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਫੈਸਲਾ ਕਰਨਾ ਚਾਹੀਦਾ। ਦੇਖੋ, ਜਿਹੜੀ ਫਿਸ਼ ਆ ਨਾ, ਕੋਈ ਦੁਨੀਆ ਤੇ 1/3 ਲੋਕ ਫਿਸ਼ ਖਾਂਦੇ ਆ, ਮੱਛੀ। ਤੇ ਕੁਦਰਤੀ ਤੌਰ ਤੇ ਤਾਂ ਬਹੁਤ ਫਿਸ਼ ਹੈ ਵੈਸੇ, ਸੀ ਬਹੁਤ, ਪਰ ਹੁਣ ਅਸੀਂ ਫੜਦੇ ਆ। ਮਤਲਬ ਅੱਗੇ ਤਾਂ ਹੁੰਦੇ ਸੀ ਇੱਕ ਫਿਸ਼ ਫੜ ਲਿਆਂਦੀ ਖਾ ਲਈ, ਹੁਣ ਤਾਂ ਹਜ਼ਾਰਾਂ ਹੀ ਫੜਦੇ ਆ ਤੇ ਉਹਦੇ ਨਾਲ ਡਿਪਰੈਸ਼ਨ ਹੋ ਜਾਂਦੀ ਹੈ। ਤੇ ਹੁਣ ਐਕੁਆ ਕਲਚਰ ਨੇ ਇਹ ਲੱਭੀ ਆ ਗੱਲ ਕਿ ਇੱਕ ਫਾਰਮਿੰਗ ਕੀਤੀ ਜਾ ਸਕਦੀ ਹੈ, ਜਿਹੜੀ ਤੁਸੀਂ ਪੰਜਾਬ ਦੇ ਵਿੱਚ ਲਹਿੰਦੇ ਪੰਜਾਬ, ਚੜ੍ਹਦੇ ਪੰਜਾਬ 'ਚ ਦੇਖੀ ਹੋਣੀ ਆ। ਆਪਣੇ ਇੱਕ ਤਲਾਅ ਵਾਂਗੂ ਬਣਾ ਲੈਂਦੇ ਨੇ ਖੱਤਿਆਂ ਦੇ ਵਿੱਚ, ਉਹਦੇ ਵਿੱਚ ਪਾਣੀ ਛੱਡ ਦਿੰਦੇ ਨੇ। ਹਾਂਜੀ। ਉਹ ਆਲੇ ਦੁਆਲੇ ਕੰਧਾਂ ਕੀਤੀਆਂ ਹੁੰਦੀਆਂ ਤਾਂ ਉਹਦੇ ਵਿੱਚ ਵੀ ਫਿਸ਼ ਫਾਰਮਿੰਗ ਹੁੰਦੀ ਸਾਡੇ, ਉਹਨੂੰ ਕਹਿੰਦੇ ਕੰਟੇਨਮੈਂਟ। ਹੁਣ ਜਿਹੜੀ ਇਹ ਗੱਲ ਕਰ ਰਹੇ ਆ ਪ੍ਰੀਮੀਅਰ ਹੌਗਨ ਹੋਣੀ, ਉਹ ਇੱਥੇ ਤੁਸੀਂ ਜਾਂਦੇ ਆ ਸਮੁੰਦਰ ਦੇ ਵਿੱਚ ਇਹਨਾਂ ਨੇ ਓਪਨ ਨੈਟ ਫਾਰਮਿੰਗ ਕਰਦੇ ਆ ਫਿਸ਼ ਦੀ। ਜਿਹਦਾ ਸਮੁੰਦਰ ਦੇ ਵਿੱਚ 500 ਗਜ 1000 ਗਜ ਦਾ ਤੁਸੀਂ ਏਰੀਆ ਘੇਰ ਲਿਆ, ਉਹਦੇ ਵਿੱਚ ਹੱਦਬੰਦੀ ਜਿਹੜੀ ਹੁੰਦੀ ਆ ਉਹਦੇ ਤੇ ਨੈਟ ਲਾ ਦਿੰਦੇ ਆ, ਜਿਹਦੇ ਨਾਲ ਬਾਹਰਲੀ ਫਿਸ਼ ਅੰਦਰ ਨਾ ਆਵੇ ਤਾਂ ਕਿ ਉਹ ਖਾ ਨਾ ਜਾਵੇ ਨਾ ਬੜੀਆਂ ਫਿਸ਼ ਆ ਕੇ ਦੂਜੀਆਂ ਨੂੰ ਜੀ, ਅੰਦਰ ਵਾਲੀ ਬਾਹਰ ਨਾ ਜਾਵੇ। ਪਰ ਪਾਣੀ ਆਉਂਦਾ ਜਾਂਦਾ ਹੈ, ਜਿਹੜਾ ਸਮੁੰਦਰ ਦਾ ਪਾਣੀ ਆ ਉਹ ਕ੍ਰਾਸ ਹੁੰਦਾ ਰਹਿੰਦਾ ਹੈ। ਹੁਣ ਇਹਨਾਂ ਦੇ ਜਿਹੜੀ ਫਾਰਮਿੰਗ, ਜਿਹੜੀ ਫਿਸ਼ ਫਾਰਮਿੰਗ ਹੈ, ਉਹਦੇ 'ਚ ਵੱਡੀ ਪ੍ਰੋਬਲਮ ਇਹ ਆ ਕਿ ਇਹ ਆਰਟੀਫਿਸ਼ੀਅਲ ਗੱਲ ਹੋ ਰਹੀ ਹੈ। ਜਿਹੜੀ ਵਾਈਲਡ ਆ ਉਹ ਤਾਂ ਵੈਸੇ ਹੀ ਕੁਦਰਤ ਵੱਲੋਂ ਹੀ ਹੋ ਰਹੀ ਆ ਜੀ, ਜਿੱਦਾਂ ਵਾਈਲਡ ਬੈਰੀਜ਼ ਹੁੰਦੀਆਂ ਆ, ਇਸੇ ਤਰ੍ਹਾਂ ਵਾਈਲਡ ਫਿਸ਼ ਜਿਹੜੀ ਆ ਉਹ ਤਾਂ ਸਾਡੇ ਸਮੁੰਦਰਾਂ 'ਚ ਆ, ਸਾਡੇ ਦਰਿਆਵਾਂ 'ਚ ਆ, ਸਾਡੀਆਂ ਝੀਲਾਂ ਦੇ ਵਿੱਚ ਆ। ਤੇ ਜਿਹੜੀ ਇਹ ਆਰਟੀਫਿਸ਼ੀਅਲ ਓਪਨ ਨੈਟ ਫਾਰਮਿੰਗ ਕਰਦੇ ਆ, ਓਪਨ ਨੈਟ ਫਿਸ਼ਿੰਗ ਕਰਦੇ ਆ, ਉਹਦੇ ਵਿੱਚ ਕੈਮੀਕਲਸ ਬਹੁਤ ਯੂਜ਼ ਕਰਦੇ ਆ। ਕਿ ਇੱਕ ਕੈਮੀਕਲ ਹੈ PCB ਜਿਹਨੂੰ ਕਹਿੰਦੇ ਇਹ ਕੈਮਿਸਟ, ਉਹਦੇ ਨਾਲ ਕੈਂਸਰ ਹੋ ਜਾਂਦੀ ਹੈ। ਸੋ ਜਿਹੜੀ ਅਸੀਂ BC ਦੇ ਵਿੱਚ ਇੱਥੇ, ਭਾਵੇਂ ਕਿ BC ਦੇ ਵਿੱਚੋਂ ਅਸੀਂ ਬਹੁਤ ਸਾਰੀ ਫਿਸ਼ ਐਕਸਪੋਰਟ ਕਰਦੇ ਹਾਂ, ਬਾਹਰਲੇ ਦੇਸ਼ਾਂ ਨੂੰ ਭੇਜਦੇ ਹਾਂ। 10ਵੀਂ ਵੱਡੀ ਇੰਡਸਟਰੀ ਹੈ BC ਦੇ ਵਿੱਚ। 60% ਜਿਹੜੀ ਲੋਕਲ ਵੀ ਇੱਥੇ ਵਿਕਦੀ ਹੈ ਸਾਡੇ ਫਿਸ਼, ਉਹ ਫਾਰਮਡ ਫਿਸ਼ ਹੁੰਦੀ ਹੈ। ਤੁਸੀਂ ਇਹ ਗੱਲ ਕੀਤੀ ਹੈ ਸੈਮਨ ਦੀ। ਸੈਮਨ ਜਿਹੜੀ ਵਾਈਲਡ ਸੈਮਨ ਆ, ਜਿਹੜੀ ਕੁਦਰਤੀ ਹੁੰਦੀ ਆ ਸਮੁੰਦਰ ਦੇ ਵਿੱਚੋਂ, ਉਹਦਾ ਸਵਾਦ ਵੈਸੇ ਹੋਰ ਹੈ ਤੇ ਫਾਰਮਿੰਗ ਜਿਹੜੀ ਫਾਰਮਡ ਫਿਸ਼ ਹੁੰਦੀ ਉਹ ਜ਼ਿਆਦਾ ਹੋਰ ਹੁੰਦੀ ਆ। ਤੁਸੀਂ ਰੈਸਟੋਰੈਂਟ 'ਚ ਜਾ ਕੇ ਪੁੱਛੋ ਨਾ, ਬਹੁਤ ਜਾਣੇ ਰੈਸਟੋਰੈਂਟ ਵਾਲੇ ਇਹੀ ਝੂਠ ਬੋਲ ਦਿੰਦੇ ਆ ਕਿ ਜੀ ਵਾਈਲਡ ਫਿਸ਼ ਹੈ, ਪਰ ਉਹਦੇ ਸਵਾਦ ਦਾ ਪਤਾ ਲੱਗ ਜਾਂਦਾ ਜਿਹੜਾ ਬੰਦਾ ਸੈਮਨ ਖਾਂਦਾ ਰਿਹਾ ਹੋਵੇ। ਜਿਹੜਾ ਪਹਿਲੀ ਵਾਰ ਖਾਧੀ ਉਹਨੂੰ ਤਾਂ ਨਹੀਂ ਪਤਾ ਲੱਗਣਾ, ਵੈਸੇ ਪੁਰਾਣੇ ਬੰਦਿਆਂ ਨੂੰ ਪਤਾ ਲੱਗ ਜਾਂਦਾ ਉਹਦਾ। ਤੇ ਇਸੇ ਕਰਕੇ ਵਾਈਲਡ ਦੇ ਜ਼ਿਆਦਾ ਪੈਸੇ ਲੱਗਦੇ ਆ, ਦੂਸਰੀ ਦੇ ਸਸਤੀ ਮਿਲਦੀ ਹੈ ਥੋੜ੍ਹੀ। ਤੇ ਇਹਦੇ ਵਿੱਚੋਂ ਇੱਕ ਵੱਡੀ ਖਤਰੇ ਵਾਲੀ ਹੋਰ ਗੱਲ ਹੈ ਕਿ ਇੱਕ ਜਿਹੜੀ ਕੈਮੀਕਲ ਯੂਜ਼ ਕਰਦੇ ਆ ਇਹਦੀ ਓਪਨ ਨੈਟ ਫਾਰਮਿੰਗ ਦੇ ਵਿੱਚ, ਉਹ ਪਾਣੀ ਤਾਂ ਨੈਟ ਦੇ ਇੱਧਰ ਉੱਧਰ ਜਾਂਦਾ ਹੈ ਨਾ, ਸੋ ਉਹ ਪਾਣੀ ਜਿਹੜਾ ਕੈਮੀਕਲਸ ਵਾਲਾ ਆ ਉਹ ਸਮੁੰਦਰ ਦੇ ਵਿੱਚ ਚਲ ਜਾਂਦਾ। ਦੂਸਰੀ ਗੱਲ ਹੈਗੀ ਜਿਹੜੀ ਇਹ ਫਿਸ਼ ਨੂੰ ਫਾਰਮ ਕਰਦੇ ਆ, ਉਹਦੇ 'ਚ ਇੱਕ ਪੈਰਾਸਾਈਟ ਹੈ, ਉਹਨੂੰ ਕਹਿੰਦੇ ਸੀ ਲਾਈਸ। ਉਹ ਲੱਗ ਜਾਂਦਾ, ਉਹ ਵੈਸੇ ਵੀ ਦੂਜੀ ਫਿਸ਼ ਨੂੰ ਲੱਗ ਜਾਂਦਾ, ਵਾਈਲਡ ਫਿਸ਼ ਨੂੰ ਵੀ ਲੱਗ ਜਾਂਦਾ। ਜਿੱਦਾਂ ਡਾਰਵਿਨ ਕਹਿੰਦਾ ਸੀ ਵੀ ਜਿਹੜੀਆਂ ਸਿਹਤਮੰਦ ਹੋਣਗੀਆਂ ਉਹ ਚੀਜ਼ਾਂ ਉਹ ਬਚ ਜਾਂਦੀਆਂ, ਦੂਸਰੀਆਂ ਮਰ ਜਾਂਦੀਆਂ। ਇਸੇ ਤਰ੍ਹਾਂ ਵਾਈਲਡ ਦੇ ਵਿੱਚ ਹੁੰਦਾ ਹੈ। ਇਹਨਾਂ ਦੇ ਵਿੱਚ ਹੁਣ ਜਿਹੜੀ ਉਹ ਸੀ ਲਾਈਸ ਦੀ ਪ੍ਰੋਬਲਮ ਆ, ਉਹ ਦੂਸਰੀ ਵਾਈਲਡ ਜਿਹੜੇ ਸਮੁੰਦਰ ਦੇ ਵਿੱਚ ਵੀ ਜਾਵੜਦੀ। ਸੀ ਲਾਈਸ ਮਤਲਬ ਬੰਦਿਆਂ ਦੇ ਲੀਖਾਂ ਨਹੀਂ ਪੈ ਜਾਂਦੀਆਂ,
ਹੁਣ ਬੰਦਿਆਂ ਦੇ ਲੀਖਾਂ ਤਾਂ ਪੈਂਦੀਆਂ ਵੀ ਨਹਾਉਂਦੇ ਨਹੀਂ, ਇਹ ਤਾਂ ਮੱਛੀਆਂ ਤਾਂ ਨਹਾਉਂਦੀਆਂ ਰਹਿੰਦੀਆਂ, ਇਹਨਾਂ ਦੇ ਵੀ ਸਰੀਰ ਨੂੰ ਲੀਖਾਂ ਲੱਗ ਜਾਂਦੀਆਂ ਤੇ ਉਹਦੇ ਨਾਲ ਇੱਕ ਤਾਂ ਮੁਸ਼ਕ ਆਉਣ ਲੱਗ ਪੈਂਦਾ, ਫਿਰ ਅਲਟੀਮੇਟਲੀ ਉਹਦੇ ਨਾਲ ਮਰ ਜਾਂਦੀਆਂ ਫਿਸ਼ ਜਿਹੜੀ ਆ, ਉਹਨੂੰ ਸਹਾ ਨਹੀਂ ਸਕਦੀ। ਤੇ ਉਹਦੇ ਤੋਂ ਕੈਮੀਕਲ ਇਸੇ ਕਰਕੇ ਵੀ ਯੂਜ਼ ਕਰਦੇ ਵੀ ਉਹ ਨਾ ਲੱਗਣ ਇਹਨਾਂ ਨੂੰ, ਤੇ ਜਦੋਂ ਉਹ ਲੱਗ ਜਾਂਦਾ ਉਹਦਾ ਖਤਰਾ ਹੈਗਾ ਆ। এনवायरमेंटलिस्ट ਇਹ ਕਹਿੰਦੇ ਆ, ਸਿਹਤ ਵਿਗਿਆਨੀ ਇਹ ਕਹਿੰਦੇ ਆ, ਉਹ ਸਮੁੰਦਰ ਦੇ ਵਿੱਚ ਹੁਣ ਪਾਣੀ ਤਾਂ ਆਉਂਦਾ ਜਾਂਦਾ ਹੈ, ਉਹ ਦੂਸਰੇ ਪਾਸੇ ਦੂਸਰੀਆਂ ਜਿਹੜੀਆਂ ਵਾਈਲਡ ਫਿਸ਼ ਨੂੰ ਵੀ ਖਰਾਬ ਕਰਦੀ ਹੈ। ਸੋ ਇੱਕ ਤਾਂ ਸੀ ਲਾਈਸ ਦਾ ਪ੍ਰੋਬਲਮ ਹੈ, ਦੂਸਰੀ ਵੈਸੇ ਕੈਮੀਕਲ ਦੀ ਪ੍ਰੋਬਲਮ ਹੈ। ਜਿੰਨੇ ਵੀ এনवायरमेंटल ਗਰੁੱਪ ਹੈ, ਜਿੰਨੇ ਵੀ ਸਿਹਤ ਵਿਗਿਆਨੀ ਆ, ਉਹ ਤਾਂ ਇਹਦੇ ਅਗੇਂਸਟ ਆ, ਖਾਸ ਤੌਰ ਤੇ ਓਪਨ ਨੈਟ ਜਿਹੜੀ ਫਿਸ਼ਿੰਗ ਹੁੰਦੀ ਹੈ, ਫਾਰਮਿੰਗ ਕਰਦੇ ਆ। ਹੁਣ ਪ੍ਰੀਮੀਅਰ ਹੋਰਗਨ ਲਈ ਤਾਂ ਉਹ ਵੋਟਾਂ ਆ, ਜਿਹੜੇ ਬੰਦਿਆਂ ਨੇ ਜਿਨ੍ਹਾਂ ਨੇ ਫਾਰਮ ਖੋਲ੍ਹੇ ਆ ਸਮੁੰਦਰ ਦੇ ਵਿੱਚ, ਵੋਟਾਂ ਨੇ, ਪੈਸੇ ਨੇ, ਉਹ ਕਮਿਊਨਿਟੀ ਦੇ ਵਿੱਚ ਬਹੁਤ ਬੰਦੇ ਕੰਮ ਕਰਦੇ ਆ ਉੱਥੇ। ਸੋ ਕਰਨਾ ਤਾਂ ਵੈਸੇ ਫੈਡਰਲ ਗਵਰਨਮੈਂਟ ਵੀ ਨਹੀਂ ਚਾਹੁੰਦੀ, ਉਹਨਾਂ ਲਈ ਵੀ ਵੋਟਾਂ ਹੀ ਆ ਜੀ, ਪਰ ਹੁਣ ਇੱਕ ਪ੍ਰੈਸ਼ਰ ਪੈ ਰਿਹਾ ਲਿਬਰਲ ਪਾਰਟੀ ਤੇ ਕਿ ਇੱਕ ਪਾਸੇ ਤਾਂ ਉਹਨਾਂ ਦੀ ਜਿਹੜੀ ਓਪੀਨੀਅਨ ਪੋਲ ਇਹ ਸ਼ੋ ਕਰ ਰਿਹਾ ਕਿ ਉਹਨਾਂ ਦੀ ਜਿਹੜੀ ਲੋਕਪ੍ਰਿਯਤਾ ਕਹਿ ਲੈਂਦੇ ਆ ਕਿ ਉਹ ਕਮ ਹੋਈ ਜਾਂਦੀ ਹੈ, ਤੇ ਹੁਣ ਕਿਸੇ ਤਰੀਕੇ ਦੇ ਨਾਲ ਉਹ ਚਾਹੁੰਦੇ ਕਿ ਗ੍ਰੀਨ ਪਾਰਟੀ ਨੂੰ ਜਿਹੜੀਆਂ ਵੋਟਾਂ ਪੈਂਦੀਆਂ, ਕਿਉਂਕਿ ਗ੍ਰੀਨ ਪਾਰਟੀ ਵਾਲਿਆਂ ਦਾ ਤਾਂ ਓਪਨ ਪ੍ਰੋਗਰਾਮ ਹੈ, ਉਹ ਕਹਿੰਦੇ ਕਿ ਬੰਦ ਕੀਤੇ ਜਾਣ। ਫਿਸ਼ਰੀਜ਼ ਦਾ ਡਿਪਾਰਟਮੈਂਟ ਜਿਹੜਾ ਉਹ ਫੈਡਰਲ ਗਵਰਨਮੈਂਟ ਦੇ ਜੂਰਿਸਡਿਕਸ਼ਨ ਦੇ ਵਿੱਚ ਆ। ਸੋ ਫਿਸ਼ ਫਾਰਮਿੰਗ ਜੇ ਤੁਸੀਂ ਕਰਨੀ ਹੋਵੇ ਤੁਹਾਨੂੰ ਫੈਡਰਲ ਗਵਰਨਮੈਂਟ ਲਾਇਸੈਂਸ ਦਿੰਦੀ ਹੈ। ਤਾਂ ਹੁਣ ਉਹਨਾਂ ਨੇ ਘੁਸਰ-ਮੁਸਰ ਚੱਲਦੀ ਹੈ ਜੇ ਆਟਵਾ ਦੇ ਵਿੱਚ, ਕੀਤਾ ਨਹੀਂ ਉਹਨਾਂ ਨੇ, ਪਰ ਘੁਸਰ-ਮੁਸਰ ਇਹ ਚੱਲਦੀ ਹੈ ਕਿ 2025 ਤੱਕ ਉਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਸਾਰੇ ਹੀ ਇਹ ਓਪਨ ਨੈਟ ਫਾਰਮਿੰਗ ਖਤਮ ਕੀਤੀ ਜਾਵੇ। ਤੇ ਹੁਣ ਜਿਹੜੇ ਓਪਨ ਨੈਟ ਫਾਰਮਿੰਗ ਕਰਦੇ ਆ, ਖਾਸ ਤੌਰ ਤੇ ਆਇਲੈਂਡ ਤੇ, ਉਹਨਾਂ ਸਾਰਿਆਂ ਦੇ ਲਾਇਸੈਂਸ ਜਿਹੜੇ ਰਿਨਿਊ ਨਹੀਂ ਕਰਨੇ। ਤੇ ਇਸ ਬਾਰੇ ਪ੍ਰੀਮੀਅਰ ਨੇ ਉਹਨਾਂ ਦੇ ਬਿਹਾਫ ਤੇ, ਇਹ ਗੱਲ ਤਾਂ ਹੈਗੀ, ਇਹ ਗਲਤ, ਫੈਡਰਲ ਗਵਰਨਮੈਂਟ ਠੀਕ ਕੰਮ ਕਰ ਰਹੀ ਹੈ। ਵੈਸੇ ਘਰ ਤਾਂ ਉਹ ਵੀ ਵੋਟਾਂ ਲਈ ਰਹੇ ਆ, ਘਰ ਇਹ ਵੀ ਵੋਟਾਂ ਲਈ ਰਹੇ ਆ, ਇਹ ਉਹਨਾਂ ਦੀਆਂ ਵੋਟਾਂ ਲਈ ਕਰ ਰਹੇ ਜਿਨ੍ਹਾਂ ਦੇ ਫਾਰਮ ਉੱਥੇ ਲਾਏ ਆ, ਉਹ ਦੂਸਰੇ ਕਰ ਰਹੇ ਆ ਕਿ ਓਵਰਆਲ ਜੇ ਸਾਰਿਆਂ ਦੀਆਂ ਦੇਖੀਆਂ ਜਾਣ ਤਾਂ ਗ੍ਰੀਨ ਵੋਟਾਂ ਜ਼ਿਆਦਾ ਆ, ਸੋ ਉਹਨਾਂ ਦੀਆਂ ਵੋਟਾਂ ਸਾਨੂੰ ਪੈ ਜਾਣਗੀਆਂ। ਇਹ ਜਿੱਦਾਂ ਹੁਣ ਜਿਹੜੀ ਵਾਈਲਡ ਫਿਸ਼ ਵੀ ਆ, ਉਹਦੇ ਵਿੱਚ ਵੀ ਇਹ ਨਹੀਂ ਹੈ ਕਿ ਉਹਦੇ ਵਿੱਚ ਕੈਮੀਕਲਸ ਹੈ ਨਹੀਂ। ਹੁਣ ਸਾਡੇ ਅਸੀਂ ਪਾਣੀ ਦੀਆਂ ਬੋਤਲਾਂ ਸਿੱਟੀ ਜਾਂਦੇ ਆ, ਬਹੁਤ ਸਾਰਾ ਪਲਾਸਟਿਕ ਸਿੱਟਦੇ ਆ, ਬਹੁਤ ਸਾਰਾ ਕੈਮੀਕਲ ਸਿੱਟਦੇ ਆ। ਜਿੰਨੀਆਂ ਸਾਡੇ ਇੰਡਸਟਰੀਜ਼ ਹੁੰਦੀਆਂ ਸੀ, ਜੋ ਵੀ ਕੈਮੀਕਲਸ ਯੂਜ਼ ਕਰਦੀਆਂ ਸੀ, ਪਹਿਲਾਂ ਇਹ ਸਮੁੰਦਰਾਂ 'ਚ ਸਿੱਟੀ ਗਏ ਆ, ਦਰਿਆਵਾਂ 'ਚ ਸਿੱਟੀ ਗਏ, ਝੀਲਾਂ 'ਚ ਸਿੱਟੀ ਗਏ ਆ। ਲੇਕ ਅੰਟੇਰੀਓ 'ਚ ਵੱਖ-ਵੱਖ ਥਾਂ ਤੇ ਜਾ ਕੇ ਦੇਖਿਓ, ਲਿਖਿਆ ਹੁੰਦਾ ਵੀ ਨਹਾਇਓ ਨਾ ਇੱਥੇ, ਚਮੜੀ ਲੈ ਜਾਣੀ ਹੈ, ਕਿਉਂਕਿ ਉੱਥੇ ਕੈਮੀਕਲ ਦੀ ਇੰਨੀ ਸਿੱਟੀ ਆ, ਉਹ ਪਾਣੀ ਪੀਣ ਜੋਗਾ ਹੀ ਨਹੀਂ ਛੱਡਿਆ ਇਹਨਾਂ ਨੇ। ਤੁਸੀਂ ਪੀਣ ਜੋਗੇ ਦੀ ਗੱਲ ਛੱਡੋ, ਤੁਸੀਂ ਨਹਾ ਨਹੀਂ ਸਕਦੇ ਉੱਥੇ, ਇੰਨਾ ਬੁਰਾ ਹਾਲ ਕੀਤਾ ਹੈ ਉਹਦਾ, ਐਡੀ ਵੱਡੀ ਲੇਕ ਹੈ। ਸੋ ਇਸੇ ਕਰਕੇ ਜੇ ਸਮੁੰਦਰ ਦੇ ਵਿੱਚ ਹੈ ਤਾਂ ਵਾਈਲਡ ਫਿਸ਼ ਹੋ, ਪਰ ਉਹਦੇ ਵਿੱਚ ਉਹ ਫਿਰ ਕੈਮੀਕਲ ਤਾਂ ਜਾਂਦੀਆਂ ਨਾ ਜੀ, ਜਿਹੜੀਆਂ ਸਾਨੂੰ, ਪਰ ਉਹਦੀ ਕੰਪੈਰੇਟਿਵਲੀ ਘੱਟ ਜਾਂਦੀਆਂ ਨੇ। ਜਿਹੜੀਆਂ ਫਾਰਮਿੰਗ ਕਰਦੇ ਆ ਉਹਦੀਆਂ ਬਹੁਤ ਜ਼ਿਆਦਾ ਕੈਮੀਕਲ ਯੂਜ਼ ਕਰਦੇ ਆ, ਔਰ ਖਾਸ ਤੌਰ ਤੇ ਜਿਹਦੇ ਨਾਲ ਕੈਂਸਰ ਹੋ ਜਾਂਦੀ PCB ਦੇ ਨਾਲ। ਸੋ ਇਸ ਕਰਕੇ ਵਾਈਲਡ ਫਿਸ਼ ਅਜੇ ਵੀ ਸੇਫ ਆ ਖਾਣੀ ਦੂਸਰੇ ਨਾਲੋਂ। ਕੁਛ ਇੱਕ ਏਰੀਆ ਹੈਗੇ ਜਿੱਥੇ ਵਾਈਲਡ ਫਿਸ਼ ਜਿਹੜੀ ਬਾਹਲੀ ਸੇਫ ਨਹੀਂ ਹੈ, ਜਿੱਦਾਂ ਸਾਊਥ ਈਸਟ ਏਸ਼ੀਆ ਦਾ ਖਿੱਤਾ ਹੈ ਨਾ, ਉੱਥੋਂ ਤੁਸੀਂ ਦੇਖਿਆ ਹੋਣਾ, ਜੇ ਕੋਈ ਫਿਸ਼ ਖਾਣ ਦੇ ਸ਼ੌਕੀਨ ਹੈ, ਬਾਸਾ ਫਿਸ਼ ਆਉਂਦੀ ਹੈ ਉਸ ਏਰੀਆ ਦੇ ਵਿੱਚੋਂ। ਬਾਸਾ ਫਿਸ਼ ਉਹ ਆ ਜਿਹੜੀ ਬਹੁਤ ਜ਼ਿਆਦਾ ਗਿਣਤੀ ਵਿੱਚ ਹੁੰਦੀ ਹੈ ਔਰ ਛੇਤੀ ਵੱਡੀ ਹੋ ਜਾਂਦੀ ਹੈ। ਹੁਣ ਇਹ ਹੁੰਦੀ ਹੈ ਫਿਲੀਪੀਨ ਦੇ ਆਲੇ ਦੁਆਲੇ ਜ਼ਿਆਦਾ। ਤਾਂ ਫਿਲੀਪੀਨ ਵਾਲਿਆਂ ਨੇ ਪ੍ਰੈਜ਼ੀਡੈਂਟ ਡੁਆਰਟੇ ਤੋਂ ਪਹਿਲਾਂ ਪ੍ਰੈਜ਼ੀਡੈਂਟ ਅਕੀਨੋ, ਪ੍ਰੈਜ਼ੀਡੈਂਟ ਮਾਰਕੋਸ, ਉਹਨਾਂ ਨੇ ਇੱਕ ਸੌਖਾ ਤਰੀਕਾ ਬਣਾਇਆ ਸੀ ਫੋਰਨ ਕੰਟਰੀਜ਼ ਤੋਂ ਪੈਸੇ ਲੈਣ ਦਾ। ਇਹਨਾਂ ਨੇ ਪਹਿਲਾਂ ਤਾਂ ਦੁਨੀਆ ਲੁੱਟੀ ਆ ਸਾਰੀ, ਇਹਨਾਂ ਨੇ ਕੈਨੇਡਾ ਨੇ, ਇੰਗਲੈਂਡ ਨੇ, ਫਰਾਂਸ ਨੇ। ਹੁਣ ਇੱਥੇ ਦਾ ਜਿੰਨਾ ਗਰਵੇਜ ਆ ਚੱਕ ਕੇ ਇਹ
ਪਹਿਲਾਂ ਤਾਂ ਇੱਥੇ ਗਾਰਬੇਜ ਆਪਣੇ ਲੈਂਡ ਫਿਲ ਕਰ ਲੈ। ਆ ਜਿਹੜਾ ਸਰੀ ਵਾਲਾ ਦੇਖਿਆ ਤੁਸੀਂ, ਸਰੀ ਦਾ ਗੋਲਫ ਕੋਰਸ ਹੈ, ਉਹ ਲੈਂਡ ਫਿਲ ਦੇ ਉੱਤੇ ਹੈ ਐਕਚੁਅਲੀ। ਉੱਤੇ ਇਹਨਾਂ ਮਤਲਬ ਇਹ ਹੈ ਵੀ ਥੱਲੇ ਗੰਦ ਆ, ਉੱਤੇ ਚਾਦਰ ਪਾਤੀ ਇਹਨਾਂ ਨੇ। ਤੇ ਹੁਣ ਚਾਦਰਾਂ ਵੀ ਕਿੰਨੇ ਇੱਕ ਥਾਂ ਤੇ ਪਾਈ ਜਾਣ। ਕੋਈ ਜਾਂ ਤਾਂ ਤਰੀਕਾ ਹੋਵੇ, ਕੋਈ ਟੈਕਨੋਲੋਜੀ ਡਿਵੈਲਪ ਕਰਨ ਜਿਹਦੇ ਨਾਲ ਗਾਰਬੇਜ ਨੂੰ ਪ੍ਰੋਸੈਸ ਕੀਤਾ ਜਾ ਸਕੇ, ਪਰ ਉਹ ਕਰਦੇ ਨਹੀਂ। ਇਹ ਜਾ ਕੇ ਉੱਥੇ ਫਿਲੀਪੀਨਸ ਦੇ ਜਾ ਕੇ ਸੁੱਟਣ ਦੀ, ਤੁਹਾਨੂੰ ਯਾਦ ਹੋਣਾ ਉਹਨਾਂ ਨੇ ਫਿਲੀਪੀਨ ਦੇ ਪ੍ਰੈਜ਼ੀਡੈਂਟ ਨੇ ਡੁਆਰਟੋ ਨੇ ਇੱਕ ਸ਼ਿਪ ਕੈਨੇਡਾ ਨੂੰ ਵੀ ਵਾਪਸ ਭੇਜਤਾ ਸੀ, ਕਹਿੰਦਾ ਅਸੀਂ ਡੰਪਿੰਗ ਗਰਾਊਂਡ ਥੋੜ੍ਹਾ। ਹਾਂਜੀ। ਤਾਂ ਉਦੋਂ ਜਸਟਿਨ ਟਰੂਡੋ ਉਹਨਾਂ ਨੂੰ ਸ਼ਰਮ ਤਾਂ ਆਈ ਹੋਣੀ ਆ, ਪਰ ਚੁੱਪ ਕਰ ਗਿਆ ਇਹ ਕਿ ਅਸੀਂ ਕੀ ਕੰਮ ਕਰ ਰਹੇ ਹਾਂ, ਸਾਡਾ ਗਾਰਬੇਜ ਲੋਕਾਂ ਦੇ ਸੱਟ ਰਹੇ ਅਸੀਂ। ਪਰ ਪੈਸੇ ਦਿੰਦੇ ਸੀ ਉਹਨਾਂ ਦੀ ਕੰਪਨੀਆਂ, ਪ੍ਰਾਈਵੇਟ ਕੰਪਨੀਆਂ ਨਾ, ਤਾਂ ਉਹ ਇਹਨਾਂ ਦਾ ਗਾਰਬੇਜ ਲੈ ਕੇ ਤਾਂ ਉਹ ਸਮੁੰਦਰ 'ਚ ਸੱਟ ਦਿੰਦੇ ਸੀ। ਤਾਂ ਉਹ ਜਿਹੜੀ ਫਿਸ਼ ਆ ਨਾ, ਬਾਸਾ ਫਿਸ਼, ਜਦੋਂ ਤੁਸੀਂ ਖਾਂਦੇ ਆ ਤੁਹਾਡੇ ਬਹੁਤ ਜ਼ਿਆਦਾ ਕੈਮੀਕਲ ਅੰਦਰ ਜਾਂਦੀਆਂ। ਜੇ ਤੁਸੀਂ ਕੰਪੈਰੇਟਿਵਲੀ ਸੋਚਣਾ ਹੋਵੇ, ਕੰਪੇਅਰ ਹੀ ਕਰਦੇ ਹਾਂ ਅਸੀਂ, ਅਲਾਸਕਾ ਤੋਂ ਜਿਹੜੀ ਫਿਸ਼ ਆਉਂਦੀ ਆ ਉਹ ਬੈਟਰ ਆ ਦੂਜੀ ਸਾਡੀ ਨਾਲੋਂ। ਸਾਡੀ ਫਿਸ਼ ਜਿਹੜੀ ਆ ਉਹਨਾਂ ਦੇ ਸਾਊਥ ਈਸਟ ਵਾਲਿਆਂ ਨੂੰ ਮੱਚ ਬੈਟਰ ਹੈ ਜੀ, ਕਿਉਂਕਿ ਇਹਦੇ ਵਿੱਚ ਇੰਨੀ ਕੈਮੀਕਲ ਨਹੀਂ ਹੈ। ਜੀ ਬਿਲਕੁਲ। ਕੈਮੀਕਲ ਵਾਲੀ ਫਿਸ਼ ਜਿਹੜੀ ਖਾਂਦੇ ਆ ਉਹ ਤਾਂ ਫਿਰ ਉਹਦਾ ਫਾਇਦਾ ਘੱਟ ਆ, ਨੁਕਸਾਨ ਜ਼ਿਆਦਾ ਹੈ। ਹਾਂਜੀ ਬਿਲਕੁਲ। ਇਸ ਸਮੇਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਆਵਾਜ਼ ਡਾਕਟਰ ਸ਼ਿੰਦਰ ਪੁਰੇਵਾਲ ਤੇ ਸੁਖਜੀਤ ਮਾਂਗਰ ਦੇ ਨਾਲ। ਡਾਕਟਰ ਸਾਹਿਬ, ਗੱਲਬਾਤ ਦਾ ਸਿਲਸਿਲਾ ਜਾਰੀ ਰੱਖਦੇ ਹਾਂ ਤੇ ਹੁਣ ਰੁਖ ਕਰਦੇ ਹਾਂ ਅਗਲੀ ਖਬਰ ਵੱਲ, ਜਿਸ ਦਾ ਸਬੰਧ ਹੈ ਜੀ ਬਿੱਲ 21 ਦੇ ਨਾਲ। ਇਸ ਦੇ ਇੰਪੈਕਟ ਬਾਰੇ ਇੱਕ ਸਟੱਡੀ ਆਈ ਆ। ਇਸ ਬਿੱਲ ਨੂੰ ਵੈਸੇ 2019 ਚ ਇਹਨਾਂ ਨੇ ਪਾਸ ਕੀਤਾ ਸੀ। ਇਸ ਬਿੱਲ ਨੂੰ ਪਾਸ ਕਰਨ ਤੋਂ ਬਾਅਦ ਜਿਹੜੇ ਵਿਤਕਰੇ ਦੇ ਕੇਸ ਹੈਗੇ ਘੱਟ ਗਿਣਤੀਆਂ ਦੇ ਨਾਲ, ਉਹ ਘਟਣ ਦੀ ਬਜਾਏ ਵਧੇ ਨੇ। ਉਹਨਾਂ ਲੋਕਾਂ ਨਾਲ ਵੀ ਵਿਤਕਰਾ ਹੋਣ ਲੱਗ ਗਿਆ ਘੱਟ ਗਿਣਤੀਆਂ ਨਾਲ ਜਿਹੜੇ ਰਿਲੀਜੀਅਸ ਸਿੰਬਲਸ ਨਹੀਂ ਵੀ ਪਾਉਂਦੇ। ਇਸ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਜੀ, ਸਭ ਤੋਂ ਪਹਿਲਾਂ ਇਹ ਗੱਲ ਫਰਾਂਸ ਵਾਲਿਆਂ ਨੇ ਸ਼ੁਰੂ ਕੀਤੀ ਸੀ ਕਿ ਜਿੱਦਾਂ ਅਮਰੀਕਾ ਦੇ ਵਿੱਚ ਕੇਸ ਚੱਲਦਾ ਜੋ ਵਾਸ਼ਿੰਗਟਨ ਸਟੇਟ ਦਾ, ਕਿ ਧਰਮ ਦਾ ਤੇ ਸਟੇਟ ਦਾ ਅਲੱਗ ਹੋਣਾ ਜ਼ਰੂਰੀ ਹੈ। ਹੁਣ ਇੱਕ ਪਾਸੇ ਤਾਂ ਅਸੀਂ ਕਹਿੰਦੇ ਕਿ ਧਾਰਮਿਕ ਆਜ਼ਾਦੀ ਵੀ ਹੈਗੀ ਹੈ, ਸਾਡੇ ਸੰਵਿਧਾਨ ਦੇ ਵਿੱਚ ਹੈ ਕਿ ਤੁਸੀਂ ਧਾਰਮਿਕ ਆਜ਼ਾਦੀ ਦਾ ਮਤਲਬ ਹੈ ਜੇ ਤੁਹਾਡਾ ਧਰਮ ਕਹਿੰਦਾ ਪੱਗ ਬੰਨ੍ਹ ਲਓ, ਤੁਸੀਂ ਬੰਨ੍ਹ ਸਕਦੇ। ਤੁਹਾਨੂੰ ਕੋਰਟ ਦੇ ਵਿੱਚ ਇਹ ਡਿਫੈਂਡ ਕਰ ਸਕਦੇ ਤੁਸੀਂ ਕਿ ਮੈਂ ਕਿਉਂ ਬੰਨ੍ਹੀ। ਇਹਨਾਂ ਨੇ ਕੀ ਕੀਤਾ ਕਿ ਕਿਊਬੈਕ ਵਾਲਿਆਂ ਨੇ, ਉਹ ਲੋਕੀ ਸੀ ਇਹ ਵੈਸੇ ਮੁਸਲਮਾਨਾਂ ਦੇ ਖਿਲਾਫ, ਸਿੱਧੇ ਸ਼ਰੇਆਮ ਮੁਸਲਮਾਨਾਂ ਦੇ ਖਿਲਾਫ ਸੀ। ਹਿਜਾਬ ਬੰਨ੍ਹਦੀਆਂ ਸੀ ਕੁੜੀਆਂ, ਉਹ ਬੁਰਕਾ ਪਾਉਂਦੀਆਂ ਹੁੰਦੀਆਂ ਸੀ, ਉਹਨਾਂ ਦੇ ਖਿਲਾਫ ਪ੍ਰਚਾਰ ਬਹੁਤ ਕੀਤਾ। ਉਹਨਾਂ ਨੇ ਇੱਕ ਕਾਨੂੰਨ ਬਣਾਤਾ ਜਿਹੜਾ ਕਿ ਪਾਪੂਲਰ ਹੈ ਵੈਸੇ। ਫ੍ਰੈਂਚ ਕੈਨੇਡੀਅਨ ਜਿਹੜੇ ਕਿਊਬੈਕਵਾ ਆ ਉਹ ਬਹੁਤ ਗਿਣਤੀ ਦੇ ਵਿੱਚ ਇਹਦੀ ਸਪੋਰਟ ਕਰਦੇ ਆ ਕਿ ਕੋਈ ਵੀ ਹੋਵੇ, ਕਿਸੇ ਦਾ ਧਰਮ ਕੋਈ ਵੀ ਹੋਵੇ। ਜੇ ਯਹੂਦੀ ਉਹ ਛੋਟਾ ਜਿਹਾ ਲੈਂਦੇ ਨਾ, ਇੱਕ ਸਿਰ ਤੇ ਕੁੱਪਾ ਜਿਹਾ ਲੈਂਦੇ ਹੁੰਦੇ, ਹਾਂਜੀ, ਇੱਕ ਅਸੀਂ ਪੱਗ ਬੰਨ੍ਹਦੇ ਆ, ਮੁਸਲਮਾਨ ਕੁੜੀਆਂ ਉਹ ਹਿਜਾਬ ਲੈਂਦੀਆਂ, ਉਹ ਬੰਦ ਕਰਕੇ ਉਹ ਕਹਿੰਦੇ ਕਿ ਜੇ ਕੋਈ ਤੁਸੀਂ ਪ੍ਰਾਈਵੇਟਲੀ ਕਰਨਾ ਆ ਜਾਂ ਪ੍ਰਾਈਵੇਟ ਨੌਕਰੀ ਕਰਨੀ, ਦੈਟਸ ਓਕੇ। ਜੇ ਤੁਸੀਂ ਸਰਕਾਰੀ ਤੌਰ ਤੇ ਜਿੱਦਾਂ ਫਾਰ ਐਗਜ਼ਾਮਪਲ ਟੀਚਰ ਬਣਨਾ ਆ, ਜੇ ਕੋਈ ਤੁਸੀਂ ਪੁਲਿਸ ਆਫੀਸਰ ਬਣਨਾ ਆ, ਤਾਂ ਫਿਰ ਤੁਹਾਨੂੰ ਰਿਲੀਜੀਅਸ ਸਿੰਬਲ ਯਾਨੀ ਧਾਰਮਿਕ ਸਿੰਬਲ ਪਾ ਕੇ ਨਹੀਂ ਬਣ ਸਕਦੇ। ਜੇ ਮੈਂ ਕੈਮਿਸਟਰੀ ਪੜ੍ਹਾਉਣੀ ਆ ਤਾਂ ਮੈਨੂੰ ਆਪਣੀ ਪੱਗ ਲਾਉਣੀ ਪਊਗੀ। ਤੇ ਜਿਹੜੇ ਬੰਦੇ ਰਿਲੀਜੀਅਸ ਸਿੰਬਲ ਦੇ ਹੱਕ ਸੀ, ਉਹ ਕਹਿੰਦੇ ਕਿ ਦੇਖੋ ਕੈਮਿਸਟਰੀ ਪੜ੍ਹਾਉਣ ਲਈ ਤਾਂ ਬੰਦੇ ਨੂੰ ਇੱਕ ਟੀਚਰ ਬਣਨ ਦੀ ਲੋੜ ਹੈ, ਕੈਮਿਸਟਰੀ ਉਹਨੂੰ ਆਉਣੀ ਚਾਹੀਦੀ ਹੈ ਜਾਂ ਫਿਜ਼ਿਕਸ ਆਉਣੀ ਚਾਹੀਦੀ ਹੈ। ਇਹਦੇ ਵਿੱਚ ਉਹਨੇ ਸਿਰ ਤੇ ਕੀ ਬੰਨਿਆ ਹੈ ਕੀ ਨਹੀਂ ਬੰਨਿਆ ਇਹਦਾ ਤਾਂ ਕੋਈ ਕੰਮ ਹੀ ਨਹੀਂ। ਜੀ ਬਿਲਕੁਲ। ਉਹ ਕਹਿੰਦੇ ਨਹੀਂ ਜੀ ਅਸੀਂ ਸੈਕੂਲਰ ਤਾਂ ਆਇਆ ਕਿਉਂਕਿ ਧਰਮ ਦੇ ਜਿਹੜੇ ਸਿੰਬਲਸ ਆ ਉਹ ਪ੍ਰਾਈਵੇਟ ਹੋਣੇ ਚਾਹੀਦੇ। ਇਸ ਗੱਲ ਤੇ ਉਹਨਾਂ ਨੇ ਜ਼ੋਰ ਪਾਇਆ ਔਰ ਨਾਲ ਹੀ ਇੱਕ ਸਾਡੇ ਸੰਵਿਧਾਨ ਦੇ ਵਿੱਚ ਕਲੌਜ਼ ਹੈ ਜਿਹਦਾ ਕਰਕੇ ਤੁਸੀਂ ਕੋਰਟ ਦੇ ਵਿੱਚ ਇਹਨੂੰ ਚੈਲੰਜ ਨਹੀਂ ਕਰ ਸਕਦੇ। ਸੋ ਉਹਨਾਂ ਨੇ ਪੱਕੇ ਪੈਰੀਂ ਕੀਤਾ ਕੰਮ। ਇਹ ਪੱਕੇ ਪੈਰੀਂ ਤਾਂ ਕੀਤਾ ਕਿ ਉੱਥੇ ਦੇ ਫ੍ਰੈਂਚ ਕੈਨੇਡੀਅਨ ਜਿਹੜੇ ਆ ਉਹਨਾਂ ਨੇ ਪਸੰਦ ਕਰਦੇ, ਉਹਨਾਂ ਨੇ ਸਪੋਰਟ ਕੀਤੀ ਬਹੁਤ ਵੱਡੀ ਗਿਣਤੀ ਦੇ ਵਿੱਚ। ਇਸ ਗੱਲ ਤੇ ਦੂਸਰੀਆਂ ਪਾਰਟੀਆਂ ਵੀ ਡਰੀਆਂ ਆ, ਉਹ ਕੁਝ ਕਹਿੰਦੀਆਂ ਨਹੀਂ ਉਹਨਾਂ ਨੂੰ। ਪਿਛਲੀ ਇਲੈਕਸ਼ਨ ਵੇਲੇ ਤੁਹਾਨੂੰ ਯਾਦ ਹੋਣਾ, ਸ਼ਸ਼ੀ ਕਰਲ ਆਪਣੀ ਕੁੜੀ ਆ ਰਿਚਮੰਡ ਤੋਂ, ਉਹਨੇ ਉਹ ਮੋਡਰੇਟਰ ਸੀਗੀ। ਇੱਕ ਡਿਬੇਟ ਹੋਇਆ ਜਦੋਂ ਸਾਰੇ ਲੀਡਰਾਂ ਦਾ ਇੰਗਲਿਸ਼ ਡਿਬੇਟ ਹੋਇਆ,
ਉਹਨੇ ਇੱਕ ਸਵਾਲ ਕੀਤਾ ਬਲਾਕ ਕਿਊਬੈਕਵਾ ਨੂੰ ਕਿ ਤੁਸੀਂ ਗੱਲ ਕਰਦੇ ਆ ਕਿ ਅਸੀਂ ਵਿਤਕਰੇ ਦੇ ਖਿਲਾਫ ਆ। ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਇਹ ਜਿਹੜਾ ਕਾਨੂੰਨ ਪਾਸ ਕੀਤਾ ਇਹ ਵਿਤਕਰਾ ਕਿਉਂ ਨਹੀਂ? ਜੇ ਮੁਸਲਮਾਨ ਕੋਈ ਕੁੜੀ ਆਪਣੇ ਟੀਚਿੰਗ ਕਰਨਾ ਚਾਹੁੰਦੀ ਹਿਜਾਬ ਬੰਨ੍ਹ ਕੇ, ਇੱਕ ਸਿੱਖ ਬੰਦਾ ਆ ਪੱਗ ਬੰਨ੍ਹ ਕੇ ਪੜ੍ਹਾਉਣਾ ਚਾਹੁੰਦਾ ਆ, ਤੁਸੀਂ ਕਹਿੰਦੇ ਪੜ੍ਹਾ ਨਹੀਂ ਸਕਦਾ, ਇਹ ਵਿਤਕਰਾ ਨਹੀਂ ਤਾਂ ਹੋਰ ਕੀ ਆ? ਉਹਦੇ ਬਾਰੇ ਬਲਾਕ ਕਿਊਬੈਕਵਾ ਨੇ ਬਾਅਦ ਦੇ ਵਿੱਚ ਕਿਹਾ ਕਿ ਇਹ ਸਵਾਲ ਜਿਹੜਾ ਆ ਇਹ ਗਲਤ ਆ। ਜਵਾਬ ਨਹੀਂ ਦਿੱਤਾ ਉਹਨੇ, ਉਹ ਗੋਲਮੋਲ ਜਿਹਾ ਜਵਾਬ ਦਿੱਤਾ, ਬਾਕੀ ਤਾਂ ਚੁੱਪ ਹੀ ਕਰ ਗਏ। ਸਵਾਲ ਗਲਤ ਹੈ ਇੰਨਾ ਕਹਿ ਦਿੱਤਾ, ਇੰਨਾ ਕਹਿਤਾ ਵੀ ਸਵਾਲ ਗਲਤ ਹੈ ਇਹ। ਅੱਛਾ, ਉਹਨਾਂ ਨੇ ਬਲਾਕ ਕਿਊਬੈਕਵਾ ਨੇ ਇਸ ਕਿਹਾ ਸਵਾਲ ਗਲਤ ਹੈ, ਸਮਝ ਆਉਂਦੀ ਹੈ ਕਿਉਂਕਿ ਉਹ ਬਲਾਕ ਕਿਊਬੈਕਵਾ ਕਹਿੰਦਾ ਕਿ ਅਸੀਂ ਕੈਨੇਡੀਅਨ ਨਹੀਂ ਹਾਂ, ਸਾਨੂੰ ਕੈਨੇਡਾ ਨਾਲ ਕੋਈ ਕੰਸਰਨ ਨਹੀਂ, ਅਸੀਂ ਤਾਂ ਕਿਊਬੈਕ ਨੂੰ ਰੈਪਰੈਜ਼ੈਂਟ ਕਰਦੇ ਹਾਂ, ਉਹਦੀ ਨੁਮਾਇੰਦਗੀ ਕਰਦੇ ਹਾਂ, ਜੋ ਕੁਝ ਕਿਊਬੈਕ ਹੁੰਦਾ ਉਹਨੂੰ ਡਿਫੈਂਡ ਕਰਦੇ ਹਾਂ। ਸੋ ਕਿਊਬੈਕ ਦੀ ਸਰਕਾਰ ਨੇ ਜੇ ਕਾਨੂੰਨ ਬਣਾਇਆ ਉਹਦੀ ਉਹ ਹਮਾਇਤ ਕਰਦੇ ਸੀ। ਪਰ ਹੁਣ ਜਿਹੜਾ ਜਸਟਿਨ ਟਰੂਡੋ ਆ, ਇੱਥੇ ਗੁਰਦੁਆਰਿਆਂ 'ਚ ਉਹਨੂੰ ਸਰੋਪੇ ਦਿੰਦੇ ਆ, ਇਹ ਪੈਸੇ ਇਕੱਠੇ ਕਰਦੇ ਆ। ਮਾੜੇ ਜੀ ਕੋਈ ਸਿੱਖਾਂ ਦੀ ਕੋਈ ਸਿਰ ਦੀ ਪੱਗ ਦੀ ਕੋਈ ਗੱਲ ਕਰ ਦੇਵੇ ਇੱਥੇ ਨਾ, ਉਦੋਂ ਹੀ ਇਹਨੂੰ ਪੈਸੇ ਇਕੱਠੇ ਕਰਨ ਦਾ ਬਹਾਨਾ ਮਿਲ ਜਾਂਦਾ, ਫਿਰ ਉਹ ਖਾਂਦੇ ਆ ਪੈਸੇ ਰਲ ਕੇ। ਇੱਕ ਵੀ ਬੰਦਾ ਸਾਰੀਆਂ ਸਿੱਖ ਸੁਸਾਇਟੀਆਂ 'ਚੋਂ ਕੋਈ ਨਹੀਂ ਬੋਲੇ, ਚੁੱਪ ਕਰਕੇ ਬੈਠੇ ਆ, ਕਿਉਂਕਿ ਜਸਟਿਨ ਟਰੂਡੋ ਜਿਹੜਾ ਇਹਨਾਂ ਦਾ ਗੁਰੂ ਆ, ਉਹਨੇ ਕਹਿਤਾ ਕਿ ਇਹ ਸਵਾਲ ਗਲਤ ਸੀ। ਅੱਛਾ, ਉਹ ਸਵਾਲ ਕਿਹਨੇ ਕੀਤਾ ਹੈ? ਜਿਨ੍ਹਾਂ ਨੂੰ ਇਹ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਗਾਲਾਂ ਕੱਢਦੇ ਆ, ਹਿੰਦੂ ਕੁੜੀ ਆ ਉਹ, ਜਿਹਦੀ ਇਹ ਜੁਰਤ ਪਈ, ਤੁਸੀਂ ਕਹੋ ਹਿੰਮਤ ਪਈ, ਉਸ ਲੜਕੀ ਨੇ ਇੱਕ ਸਵਾਲ ਕੀਤਾ ਬਲਾਕ ਕਿਊਬੈਕਵਾ ਨੂੰ ਲੀਡਰਜ਼ ਡਿਬੇਟ ਦੇ ਉੱਤੇ, ਜਿਹਦੀ ਕਿ ਪ੍ਰਸ਼ੰਸਾ ਹੋਈ, ਸਾਰੇ ਕੈਨੇਡਾ ਦੇ ਵਿੱਚ ਉਹਨੂੰ ਸਲਾਹਿਆ ਗਿਆ ਲੋਕਾਂ ਵੱਲੋਂ ਕਿ ਇਹਨੇ ਬਹੁਤ ਵਧੀਆ ਸਵਾਲ ਕੀਤਾ। ਜਸਟਿਨ ਟਰੂਡੋ ਨੇ ਤਾਂ ਕੀਤਾ, ਉਹਦੀ ਨਿਖੇਧੀ ਕੀਤੀ ਬਈ, ਕਿਉਂਕਿ ਉਹਨੇ ਸੀਟਾਂ ਜਿੱਤਣੀਆਂ ਉੱਥੋਂ ਕਿਊਬੈਕ ਤੋਂ। ਕਿਊਬੈਕ ਦੇ ਵਿੱਚ ਉਹ ਲਾਅ ਪਾਪੂਲਰ ਹੈ ਫ੍ਰੈਂਚ ਸਪੀਕਰ ਦੇ ਵਿੱਚ, ਤੇ ਵੋਟਾਂ ਦੇ ਹਿਸਾਬ ਦੇ ਨਾਲ ਉਹ ਤਾਂ ਵੋਟਾਂ ਹੀ ਦੇਖਦਾ ਨਾ, ਉਹਨੂੰ ਇਹ ਠੀਕ ਹੈ ਜਾਂ ਗਲਤ ਹੈ। ਜੇ ਪੀਅਰ ਐਲੀਅਟ ਟਰੂਡੋ ਹੁੰਦਾ, ਅੱਜ ਮੇਰਾ ਖਿਆਲ ਉਹਦੀ ਯਾਦ ਨੂੰ ਅਸੀਂ ਗੱਲ ਯਾਦ ਕਰਦੇ ਹਾਂ ਕਿ ਉਹ ਬੰਦਾ ਨਹੀਂ ਸੀ ਕਹਿ ਸਕਦਾ। ਜਸਟਿਨ ਟਰੂਡੋ ਦੇ ਫਾਦਰ ਨੇ ਇਹ ਗੱਲ ਨਹੀਂ ਸੀ ਮੰਨਣੀ। ਹੁਣ ਆਉਂਦੇ ਆ NDP ਵੱਲ, ਜਿਨ੍ਹਾਂ ਦਾ ਲੀਡਰ ਨੇ ਪੱਗ ਬੰਨੀ ਹੈ। ਹਾਂਜੀ, ਜਗਮੀਤ ਸਿੰਘ, ਜਿਹੜਾ ਇਹਨਾਂ ਤੋਂ ਪਹਿਲਾਂ ਲੀਡਰ ਸੀ, ਜਿਹਦੇ ਖਿਲਾਫ ਸਾਜ਼ਿਸ਼ਾਂ ਕਰਕੇ ਉਹਨੂੰ ਲਾਇਆ ਮਲਕੇਰ, ਉਹ ਕਿਊਬੈਕ ਤੋਂ ਹੀ ਆ। ਉਸ ਬੰਦੇ ਦੀ ਦੇਖੋ ਹਿੰਮਤ, ਉਹ ਕਿਊਬੈਕ ਦਾ ਲੀਡਰ ਹੈ, NDP ਦਾ ਲੀਡਰ ਸੀ। ਉਸ ਬੰਦੇ ਨੇ ਨਿਖੇਧੀ ਕੀਤੀ ਇਸ ਲਾਅ ਦੀ, ਹਾਲਾਂਕਿ ਉਹਨੂੰ ਸਾਰੇ ਹੀ ਉਹਦੇ MP ਕਹਿੰਦੇ, ਸਾਰੇ ਹੀ ਉਹਦੀ ਕਾਕਸ ਦੇ ਮੈਂਬਰ ਕਹਿੰਦੇ ਸੀ ਕਿ ਕਿਊਬੈਕ 'ਚ ਸਾਡੀਆਂ ਵੋਟਾਂ ਘਟ ਜਾਣੀਆਂ। ਉਹ ਕਹਿੰਦਾ ਵੋਟਾਂ ਘਟਣ ਚਾਹੇ ਵਧਣ, ਇਹ ਗੱਲ ਗਲਤ ਹੈ। ਠੀਕ ਹੈ ਤਾਂ ਗਲਤ ਹੈ, ਇਹਦਾ ਤੁਹਾਨੂੰ ਕੋਈ ਸਟੈਂਡ ਲੈਣਾ ਚਾਹੀਦਾ ਨਾ, ਫਿਰ ਹੀ ਬੰਦੇ ਨੂੰ ਮੰਨਦੇ ਅਸੀਂ ਜੀ। ਐਟਲੀਸਟ ਉਹਨਾਂ ਨੇ ਕਿਹਾ ਤਾਂ ਹੈ ਕਿ ਇਹ ਗਲਤ ਆ, ਕਿਹਾ ਉਹਨਾਂ ਨੇ, ਔਰ ਉਹਨਾਂ ਦੀ ਨਿਖੇਧੀ ਕਰਦੇ ਸੀ ਉਹ ਕਿਊਬੈਕ ਕਾਕਸ ਸਾਰੇ, ਖਾਸ ਤੌਰ ਤੇ ਕਿ ਤੁਸੀਂ ਕਿਉਂ ਸਟੈਂਡ ਲਿਆ। ਉਹਨਾਂ ਨੂੰ ਸਾਜ਼ਿਸ਼ਾਂ ਕਰਕੇ ਜਗਮੀਤ ਸਿੰਘ ਹੁਣਾਂ ਨੇ, ਸਾਰੀ ਕਲੈਨ ਨੇ ਬਾਹਰ ਕੱਢ ਦਿੱਤਾ। ਜਗਮੀਤ ਸਿੰਘ ਹੁਣਾਂ ਨੇ ਸਭ ਤੋਂ ਵੱਡੀ ਪੱਗ ਬੰਨੀ ਹੈ। ਹਾਂਜੀ, ਇਹਨਾਂ ਨੇ ਵੀ ਉਹੀ ਗੱਲ ਕੀਤੀ ਜਿਹੜੀ ਬਲਾਕ ਕਿਊਬੈਕ ਕਰਦੇ ਸੀ ਤਾਂ ਜਸਟਿਨ ਟਰੂਡੋ ਕਰਦੇ ਸੀ, ਕਹਿੰਦੇ ਕਿ ਉਹ ਸਵਾਲ ਗਲਤ ਹੈ। ਇਹਨਾਂ ਨੇ ਵੀ ਕਿਹਾ ਕਿ ਸਵਾਲ ਹੀ ਗਲਤ ਹੈ। ਪੱਗ ਬੰਨੀ ਵਾਲਾ ਬੰਦਾ ਇਹ ਕਹੇ ਕਿ ਪੱਗ ਬੰਨ ਕੇ ਤੁਸੀਂ ਟੀਚਰ ਨਹੀਂ ਬਣ ਸਕਦੇ, ਇਸ ਗੱਲ ਤੇ ਸਵਾਲ ਵੀ ਗਲਤ ਆ। ਬੰਦਾ ਇਹ ਸੋਚਦਾ ਕਿ ਪੱਗ ਬੰਨੀ ਵਾਲੇ ਨੂੰ ਤਾਂ ਆਪਣੇ ਕਹਿੰਦੇ ਹੁੰਦੇ ਕਿ ਜਿਸ ਤਨ ਲਾਗੇ ਸੋ ਤਨ ਜਾਣੇ। ਹਾਂਜੀ, ਹਾਂਜੀ। ਜਿਹੜਾ ਬੰਦਾ ਇਹ ਅਸੀਂ ਸੋਚਦੇ ਹਾਂ ਕਿ ਜਿਹੜੇ ਬੰਦੇ ਨੇ ਪੱਗ ਬੰਨੀ ਹੈ, ਜੇ ਮੈਂ ਪੱਗ ਬੰਨੀ ਹੋਵੇ, ਮੇਰੇ ਨਾਲ ਵਿਤਕਰਾ ਹੁੰਦਾ ਹੋਵੇ, ਤਾਂ ਮੈਨੂੰ ਲੱਗੂਗਾ ਕਿ ਜਿਹਨੇ ਪੱਗ ਬੰਨੀ ਆ ਉਹ ਮੇਰੇ ਨਾਲ ਹਮਦਰਦੀ ਜ਼ਾਹਰ ਕਰੂਗਾ ਜੀ। ਪਰ ਇਸ ਬੰਦੇ ਨੂੰ ਆਪਣੀ ਲੀਡਰਸ਼ਿਪ ਜ਼ਿਆਦਾ ਪਿਆਰੀ ਸੀ, ਤੇ ਇਹਦਾ ਮਤਲਬ ਉਹ ਪੱਗ ਸਿਰਫ ਵੋਟਾਂ ਲਈ ਬੰਨੀ ਹੈ ਕਿ ਗੁਰਦੁਆਰਿਆਂ ਦੇ ਵਿੱਚ ਜਾਊਂਗਾ, ਉਹਨਾਂ ਨੇ ਪੈਸੇ ਵੀ ਇਕੱਠੇ ਕਰ ਦੇਣੇ, ਉਹਨਾਂ ਨੇ NDP ਦੇ ਮੈਂਬਰ ਵੀ ਬਣਾ ਦੇਣੇ। ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਜਗਮੀਤ ਸਿੰਘ ਦੀ ਆ। ਉਹਨਾਂ ਨੇ ਕੋਈ ਸਟੈਂਡ ਹੀ ਨਹੀਂ ਲਿਆ। ਸਟੈਂਡ ਲਿਆ ਉਹਨਾਂ ਦੇ ਨਸਲੀ ਵਿਤਕਰੇ ਦੇ ਹੱਕ ਦੇ ਵਿੱਚ। ਹਾਂਜੀ, ਦੂਸਰੀ ਪਾਸੇ ਮਤਲਬ ਉਹ ਉਹਨਾਂ ਦੇ ਨਾਲ ਖੜਾ ਆ ਜਿਹੜੇ ਬੰਦਿਆਂ ਨੇ ਪੱਗ ਬੈਨ ਕੀਤੀ ਆ। ਹਾਂਜੀ,
ਇਹ ਚੁੱਪ ਕਰਕੇ ਬੈਠੇ ਆ, ਜਿਹੜੇ ਇੱਥੇ ਬੈਠੇ ਆ ਪੱਗਾਂ ਬੰਨ੍ਹ ਕੇ ਨਾ, ਇਹ ਸਭ ਚੁੱਪ ਕਰਕੇ ਬੈਠੇ ਆ। ਇਹਨਾਂ ਦੇ MLA ਚੁੱਪ ਕਰਕੇ ਬੈਠੇ ਆ। ਇਹ ਚੁੱਪ ਕਰਕੇ ਤਾਂ ਬੈਠੇ ਆ, ਸਾਡੇ MP ਚੁੱਪ ਕਰਕੇ ਬੈਠੇ ਆ, ਇਹਨਾਂ ਦੀ ਪੱਗਾਂ ਬੰਨ੍ਹੀਆਂ। ਇਹਨਾਂ ਦੇ ਵੀ ਲੀਡਰ ਨੇ, ਇੱਕ MP ਦੇ ਪੱਗ ਬੰਨ੍ਹੀ ਇੱਥੇ, ਹਾਂਜੀ, ਉਹਦੇ ਲੀਡਰ ਨੇ ਕਿਹਾ ਵੀ ਸਵਾਲ ਗਲਤ ਹੈ। ਇੱਕ ਸਵਾਲ ਕਰਨਾ ਇਹ ਗਲਤ ਆ, ਇੱਕ ਕਾਨੂੰਨ ਬਣਾਉਣਾ ਠੀਕ ਹੈ। ਇਹ ਬਹੁਤ ਵੱਡੀ ਗੱਲ ਆ। ਇਹ ਕਿਊਬੈਕ ਦੀ ਗੱਲ ਜਿਹੜੀ ਇੱਥੇ ਨਹੀਂ ਹੋਈ, ਇਹਦੀ ਗੱਲ ਇੱਥੇ ਹੋਣੀ ਚਾਹੀਦੀ ਲੋਕਾਂ ਦੇ ਵਿੱਚ, ਔਰ ਇਹਨਾਂ ਦਾ ਪਰਦਾ ਫਾਸ਼ ਕਰਨਾ ਚਾਹੀਦਾ। ਇਹ ਜਿਹੜੇ ਨਕਲੀ ਸਿੱਖ ਬਣੇ ਫਿਰਦੇ ਅੱਜ ਕੱਲ, ਸਭ ਤੋਂ ਵੱਡੀ ਪੱਗ ਜਗਮੀਤ ਸਿੰਘ ਨੇ ਬੰਨੀ ਹੈ। ਆਪਣੇ ਆਪ ਨੂੰ ਕਾਲੀ ਫੂਲਾ ਸਿੰਘ ਬਣਾ ਕੇ ਦਿਖਾਉਂਦਾ। ਕਾਲੀ ਫੂਲਾ ਸਿੰਘ ਉਹ ਸ਼ਹੀਦ ਮਿਸਲਾਂ ਦੇ ਲੀਡਰ ਸੀ, ਬਾਬਾ ਦੀਪ ਸਿੰਘ ਹੋਣਾ ਵਾਲੀ। ਕਿੱਥੇ ਉਹਨਾਂ ਦੀ ਕੁਰਬਾਨੀ, ਕਿੱਥੇ ਇਹ ਪਖੰਡੀ ਸਾਧ ਜਿਹੜੇ ਕਿ ਵੋਟਾਂ ਲਈ ਪੱਗ ਦੇ ਖਿਲਾਫ ਸਵਾਲ ਕਰਨ ਦੇ ਖਿਲਾਫ ਹੈ। ਉਹਨਾਂ ਇਹ ਕਿਹਾ ਵੀ ਤੁਸੀਂ ਪੱਗ ਬੰਨ੍ਹ ਕੇ ਟੀਚਰ ਨਹੀਂ ਬਣ ਸਕਦੇ। ਇਹ ਕਿੱਦਾਂ, ਕਿਹੋ ਜਿਹਾ ਲਾਅ ਆ, ਕਿਹੋ ਜਿਹਾ ਤੁਸੀਂ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਵਿਤਕਰਾ ਨਹੀਂ ਕਰਦੇ। ਤੇ ਜਗਮੀਤ ਸਿੰਘ ਕਹਿ ਰਿਹਾ ਕਿ ਨਹੀਂ, ਇਹ ਸਵਾਲ ਗਲਤ ਆ। ਆਸ ਤਾਂ ਇਹ ਕੀਤੀ ਜਾਂਦੀ ਚਾਹੀਦੀ ਸੀ ਕਿ ਇਹ ਪੱਗ ਦੇ ਹੱਕ ਦੇ ਵਿੱਚ ਬੋਲੂਗਾ ਜੀ। ਉਹ ਬੰਦਾ ਪੱਗ ਜਿਹੜਾ ਸਵਾਲ ਕਰ ਲਈ ਲੜਕੀ, ਉਹਦੀ ਨਿਖੇਧੀ ਕਰ ਰਿਹਾ ਪੱਗ ਬੰਨ੍ਹ ਕੇ ਜੀ। ਬਿਲਕੁਲ ਬਹੁਤ ਜ਼ਿਆਦਾ ਕਹਿ ਲਓ ਕਿ ਇਹ ਗੱਲ ਇੱਕਦਮ ਕੰਟਰੇਰੀ ਜੀ ਜਾਪਦੀ ਕਿ ਇੱਕ ਬੰਦਾ ਆਪ ਪੱਗ ਬੰਨ ਰਿਹਾ ਤੇ ਪੱਗ ਬੰਨ ਕੇ ਉਹ ਪੱਗ ਦੇ ਹੱਕ ਦੇ ਵਿੱਚ ਗੱਲ ਨਹੀਂ ਕਰ ਸਕਦਾ। ਤੇ ਪੱਗ ਪਹਿਲਾਂ ਬੰਨ ਕੇ ਤਾਂ ਇਹ ਮਾਡਲਿੰਗ ਕਰਦਾ ਹੁੰਦਾ ਸੀ। ਜਦੋਂ ontario ਦੇ ਵਿੱਚ MLA ਸੀ ਤਾਂ ਵੋਗ ਮੈਗਜ਼ੀਨ ਹੈ ਇੱਥੇ, ਹਾਂਜੀ, ਵੋਗ ਮੈਗਜ਼ੀਨ ਫੈਸ਼ਨ ਮੈਗਜ਼ੀਨ ਹੈ, ਉਹਨਾਂ ਦੇ ਵਿੱਚ ਇਹਦੀਆਂ ਫੋਟੋਆਂ ਆਉਂਦੀਆਂ ਹੁੰਦੀਆਂ ਸੀ ਕਿ ਇਹ ਵਧੀਆ ਕੱਪੜੇ ਪਾ ਕੇ ਪੱਗ ਬੰਨ੍ਹ ਕੇ ਫੋਟੋ ਖਿਚਾਉਂਦਾ ਸੀ, ਮਾਡਲਿੰਗ ਕਰਦਾ ਹੁੰਦਾ ਸੀ। ਹੁਣ ਜਦੋਂ ਬਾਅਦ ਦੇ ਵਿੱਚ ਲੀਡਰ ਬਣਿਆ ਤਾਂ ਇਹਨੂੰ ਸਰੀ ਤੇ ਬਰੈਂਪਟਨ ਦੇ ਗੁਰਦੁਆਰਿਆਂ ਨੇ ਜਿਤਾਇਆ। ਹਾਂਜੀ, ਇਹ ਸਾਰੀ ਕੈਨੇਡਾ ਦਾ ਲੀਡਰ ਕਹਿਣਾ ਗਲਤ ਗੱਲ ਹੈ। ਇਹਨਾਂ ਨੂੰ ਅਸੀਂ ਪੁੱਛਿਆ ਵੀ ਸੀ, ਮੈਂ ਕੁਝ ਪੱਤਰਕਾਰਾਂ ਨਾਲ ਗੱਲ ਕੀਤੀ, ਮੈਂ ਕਿਹਾ ਮੈਨੂੰ ਤਾਂ ਜਵਾਬ ਦੇਣਾ ਨਹੀਂ, ਇਹਨਾਂ ਨੂੰ ਪਤਾ ਹੈ ਕਿ ਕਲਾਸ ਦੇ ਵਿੱਚ ਬੋਲ ਪੂਗਾ, ਹੋਰ ਕੀ ਬੋਲ ਪੂਗਾ। ਤੁਸੀਂ ਤਾਂ ਪੱਤਰਕਾਰ ਆ, ਮੇਜਰ ਅਖਬਾਰਾਂ ਦੇ ਪੱਤਰਕਾਰ ਆ, ਤੁਸੀਂ ਪੁੱਛੋ ਵੀ ਕਿਹੜੀ ਕਿਹੜੀ ਰਾਈਡਿੰਗ ਦੇ ਵਿੱਚ ਕਿਹੜੇ ਕਿਹੜੇ ਹਲਕੇ ਚੋਂ ਜਿੱਤਿਆ ਇਹ। ਕੋਈ ਜਵਾਬ ਨਹੀਂ ਦਿੱਤਾ ਇਹਨੇ, ਚੁੱਪ ਕਰਕੇ ਬਹਿ ਗਏ। NDP ਨੂੰ ਪਤਾ ਸੀ ਇਹ ਜਾਂ ਜਿੱਤੇ ਆ ਨਿਊਟਨ ਚੋਂ, ਇੱਥੇ ਤੇ ਗੁਰਦੁਆਰੇ ਨੇ ਇਹਨਾਂ ਨੂੰ ਵੋਟਾਂ ਬਣਾ ਕੇ ਦਿੱਤੀਆਂ, ਤੇ ਜਾਂ ਜਿੱਤੇ ਆ ਬਰੈਂਪਟਨ ਦੇ ਵਿੱਚੋਂ। ਤੇ ਜੇ ਇਹਨਾਂ ਨੂੰ ਵੋਟਾਂ ਪਾਈਆਂ ਵੀ ਸਾਡਾ ਸਿੱਖ ਬੰਦਾ ਆ, ਉਸ ਸਿੱਖ ਬੰਦੇ ਨੇ ਉਹ ਪੱਗ ਦੇ ਹੱਕ ਦੇ ਵਿੱਚ ਸਵਾਲ ਕਰਨ ਵਾਲੀ ਨੂੰ ਵੀ ਨਿਖੇਧੀ ਕੀਤੀ ਹੈ। ਇਹ ਵੱਡੀ ਗੱਲ ਹੈ ਇਹਨਾਂ ਦੀ। ਜੀ ਜੀ, ਕਾਫੀ ਵੱਡੀ ਗੱਲ ਹੈ ਤੇ ਇਹਦੇ ਤੇ ਲੋਕਾਂ ਨੂੰ ਸੋਚਣਾ ਵੀ ਚਾਹੀਦਾ ਤੇ ਉਹਨਾਂ ਨੂੰ ਸਵਾਲ ਵੀ ਉਠਾਉਣੇ ਚਾਹੀਦੇ ਹੈਗੇ ਆ। ਲੋਕੀ ਇੱਥੇ ਤਾਂ ਨਹੀਂ ਸੋਚਦੇ ਬਹੁਤੀ ਗੱਲ, ਕਿਉਂਕਿ ਕਿਊਬੈਕ ਦੀ ਗੱਲ ਹੈ ਨਾ, ਕਦੇ ਕਿਸੇ ਦੇ ਨਜ਼ਰੀਏ ਦੇ ਵਿੱਚ ਆਈ ਨਹੀਂ। ਹਾਂਜੀ ਹਾਂਜੀ। ਤੇ ਜਿਹੜਾ ਸਾਡਾ ਮੀਡੀਆ, ਉਹਨਾਂ ਨੂੰ ਸ਼ਾਇਦ ਪਤਾ ਹੀ ਨਹੀਂ, ਜਾਂ ਉਹ ਜਾਣਬੁੱਝ ਕੇ ਦੱਸਣਾ ਨਹੀਂ ਚਾਹੁੰਦੇ, ਕਿਉਂਕਿ ਉਹ ਗੁਰਦੁਆਰਿਆਂ ਨੇ ਐਡ ਵੀ ਦੇਣੀ ਹੋਣੀ ਉਹਨਾਂ ਨੂੰ ਜੀ। ਪੈਸੇ ਜਿਨ੍ਹਾਂ ਨੇ ਪੈਸੇ ਇਸ਼ਤਿਹਾਰ ਦੇਣੇ ਆ, ਉਹਨਾਂ ਨੇ ਫਿਰ ਕਹਿਣਾ ਹੀ ਚੁੱਪ ਕਰਕੇ ਬੈਠੋ ਤੁਸੀਂ। ਪਰ ਮੀਡੀਆ ਵੈਸੇ ਨਿਰਪੱਖ ਹੋਣਾ ਚਾਹੀਦਾ, ਉਹਨੂੰ ਖਬਰ ਦੀ ਤਰ੍ਹਾਂ ਹੀ ਪੇਸ਼ ਕਰਨਾ ਚਾਹੀਦਾ। ਜਿਹੋ ਜਿਹੀ ਖਬਰ ਹੈਗੀ ਹੈ, ਜਿਹੋ ਜਿਹੇ ਉਹਦੇ ਫੈਕਟਸ ਹੈਗੇ ਆ, ਉਹਨੂੰ ਉਸ ਤਰੀਕੇ ਦੇ ਨਾਲ ਹੀ ਲੋਕਾਂ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਖਬਰ ਨੂੰ। ਉਹ ਨਹੀਂ ਦੇਖਣਾ ਚਾਹੀਦਾ ਵੀ ਇਸ ਖਬਰ ਦੇ ਨਾਲ ਤੁਹਾਡਾ ਕੋਈ ਨੁਕਸਾਨ ਹੁੰਦਾ ਜਾਂ ਕੁਝ ਵੀ ਹੈ, ਕਿਉਂਕਿ ਆਪਾਂ ਕਿਸੇ ਦੇ ਅਗੇਂਸਟ ਤਾਂ ਨਹੀਂ। ਜੋ ਚੀਜ਼ ਹੋਈ ਹੈ, ਜਿਹੜੀ ਚੀਜ਼ ਵਾਪਰੀ ਹੈਗੀ ਹੈ, ਜਿਹੜੀ ਕੋਈ ਕਿਸੇ ਨੇ ਸਟੇਟਮੈਂਟ ਦਿੱਤੀ, ਉਹਦੇ ਤੇ ਗੱਲ ਕਰਨਾ ਤਾਂ ਕੁਝ ਗਲਤ ਹੋ ਨਹੀਂ ਸਕਦਾ। ਪਰ ਇੱਥੇ ਬਹੁਤ ਕੁਝ ਹੁੰਦਾ ਹੈ ਜੀ। ਵੈਸੇ ਤਾਂ ਹੁੰਦਾ ਇਹ ਇੱਕ ਗੱਲ ਹੈ, ਮਤਲਬ ਇੱਥੇ ਬਹੁਤ ਕੁਝ ਹੁੰਦਾ ਜਿਹੜਾ ਕਿ ਲੁਕੋ ਕੇ ਬੈਠੇ ਜੀ। ਜਿਹੜੇ ਇੱਥੇ ਹੁਣ ਇੱਕ ਮੋਟਰਸਾਈਕਲ ਦੀ ਗੱਲ ਚੱਲੀ ਸੀ ਕਿ ਮੋਟਰਸਾਈਕਲ ਤੇ ਬੈਠੇ ਬੰਦੇ ਨੂੰ ਪੱਗ ਪਾ ਕੇ ਜਾ ਸਕਦੇ, ਹੁਣ ਇੱਥੇ ਕਾਨੂੰਨ ਹੈਗਾ ਵੈਸੇ। ਹਾਂਜੀ ਹਾਂਜੀ। ਅੱਛਾ, ਉਹਦੇ ਲਈ ਤਾਂ ਸਾਰੀ ਕਮਿਊਨਿਟੀ ਖੜੀ ਹੈ। ਉੱਥੇ ਹੁਣ ਬਿਲਕੁਲ ਬੈਨ ਕਰ ਦਿੱਤਾ ਉਹਨਾਂ ਨੇ ਕਾਨੂੰਨ ਦੇ ਤੌਰ ਤੇ ਕਿ ਤੁਸੀਂ ਪੱਗ ਬੰਨ੍ਹ ਕੇ ਟੀਚਰ ਵੀ ਨਹੀਂ ਬਣ ਸਕਦੇ। ਕਿਊਬੈਕ ਦੇ ਵਿੱਚ ਟੀਚਰ ਨਹੀਂ ਕੋਈ ਬਣ ਸਕਦਾ, ਤੁਸੀਂ ਬੱਸ ਡਰਾਈਵਰ ਨਹੀਂ ਬਣ ਸਕਦੇ। ਇੱਥੇ ਬੱਸ ਡਰਾਈਵਰ ਹੈ ਨੇ, ਹਾਂਜੀ, ਰੌਲਾ ਪੈ ਜਾਣਾ ਸੀ। ਪਰ ਇੱਥੇ ਜਿਹੜੇ ਰੌਲਾ ਪਾਉਣ ਵਾਲੇ ਆ, ਉਹਨਾਂ ਦੇ ਤਾਂ ਆਪਣੇ ਹਿੱਤ ਆ, ਉਹਨਾਂ ਦੇ ਆਪਣੇ ਧੀਆਂ ਪੁੱਤ ਆ ਪਾਰਲੀਮੈਂਟ 'ਚ ਬੈਠੇ।
ਉਹਨਾਂ ਜਥੇਬੰਦੀਆਂ ਦੇ ਧੀਆਂ ਪੁੱਤ ਪੱਗਾਂ ਬੰਨ੍ਹ ਕੇ ਪਾਰਲੀਮੈਂਟ 'ਚ ਬੈਠੇ, ਉਹ ਉਹਨਾਂ ਨੇ ਮੂੰਹ ਤੇ ਛਿੱਕਲੀ ਲਈ ਹੈ। ਇਸ ਸਮੇਂ ਤੁਸੀਂ ਸੁਣ ਰਹੇ ਹੋ ਰੇਡੀਓ ਇੰਡੀਆ ਤੇ ਡਾਕਟਰ ਸਾਹਿਬ ਹੁਣ ਰੁਕ ਕਰਦੇ ਆ ਅਗਲੀ ਖਬਰ ਵੱਲ। ਯੂਕਰੇਨ ਵਾਰ ਤੋਂ ਬਾਅਦ ਇੰਡੀਆ ਨੂੰ ਹੁਣ ਬਾਹਰਲੇ ਮੁਲਕਾਂ ਨੂੰ ਕਣਕ ਵੇਚਣ ਦਾ ਕਾਫੀ ਮੌਕਾ ਮਿਲ ਗਿਆ, ਕਿਉਂਕਿ ਇੰਡੀਆ ਦੇ ਵਿੱਚ ਕਾਫੀ ਵਧੀਆ ਕੁਆਲਿਟੀ ਦੀ ਕਣਕ ਹੁੰਦੀ ਹੈ। ਚੀਨ ਤੋਂ ਬਾਅਦ ਦੂਸਰੇ ਨੰਬਰ ਤੇ ਆ। ਇਸ ਖਬਰ ਬਾਰੇ ਤੁਸੀਂ ਕੀ ਕਹੋਗੇ? ਐਕਚੁਅਲੀ ਚੀਨ ਦੂਜੇ ਨੰਬਰ ਤੇ। ਹਾਂਜੀ, ਸੌਰੀ। ਇੰਡੀਆ ਦੁਨੀਆ 'ਚ ਸਭ ਤੋਂ ਜ਼ਿਆਦਾ ਕਣਕ ਪੈਦਾ ਕਰਦਾ ਜੀ। ਔਰ 4 ਵੱਡੇ ਮੁਲਕ ਜਿਹੜੇ ਤੁਸੀਂ ਕਹਿੰਦੇ ਆ, ਯੂਕਰੇਨ, ਰਸ਼ੀਆ, ਕੈਨੇਡਾ, US, ਇਹ ਐਕਸਪੋਰਟ ਕਰਦੇ ਇੱਥੋਂ ਕਣਕ ਭੇਜਣ ਲਈ। ਸੋ 4 ਦੇ ਵਿੱਚੋਂ 2 ਤਾਂ ਫਸੇ ਆ ਲੜਾਈ ਦੇ ਵਿੱਚ। ਹਾਂਜੀ। ਨਾ ਯੂਕਰੇਨ ਵਾਲੇ ਭੇਜ ਸਕਦੇ, ਨਾ ਰਸ਼ੀਆ ਵਾਲੇ ਭੇਜ ਸਕਦੇ ਇਸ ਵੇਲੇ। ਹੁਣ ਇੰਡੀਆ ਵਾਲਿਆਂ ਨੇ ਦੇਖਿਆ ਮੌਕਾ, ਇਹ ਪਹਿਲੀ ਵਾਰ ਆ ਕਿ ਉਹਨਾਂ ਨੇ ਵਿਦੇਸ਼ ਨੀਤੀ ਦੇ ਵਿੱਚ ਥੋੜੀ ਜਿਹੀ ਸਮਝਦਾਰੀ ਕੀਤੀ ਹੈ ਕਿ ਠੀਕ ਹੈ ਇਹ ਲੜਦੇ ਆ, ਅਮਰੀਕਾ ਵਾਲੇ ਜ਼ੋਰ ਪਾਉਂਦੇ ਕਿ ਤੁਸੀਂ ਰਸ਼ੀਆ ਦੇ ਖਿਲਾਫ ਹੋ ਜਾਓ, ਉਹ ਇਹ ਕਹਿੰਦੇ ਆ ਕਿ ਠੀਕ ਉਹ ਵੀ ਆ, ਗਲਤ ਤੁਸੀਂ ਵੀ ਨਹੀਂ ਜੀ। ਉਹਨਾਂ ਨੂੰ 2 ਫਾਇਦੇ ਹੋ ਰਹੇ ਨੇ। ਇੱਕ ਪਾਸੇ ਤਾਂ ਐਕਸਪੋਰਟ ਕਰਨਗੇ, ਹੁਣ ਵੈਸੇ ਵੀ ਇੰਡੀਆ ਐਕਸਪੋਰਟ ਕਰਦਾ ਹੈ। ਪਿਛਲੇ ਸਾਲ ਉਹਨਾਂ ਨੇ 6 ਮਿਲੀਅਨ ਟਨ ਕਣਕ ਬਾਹਰ ਭੇਜੀ ਹੈ। ਹਾਂਜੀ। ਹੁਣ ਉਹਨਾਂ ਨੇ ਹੋਰ ਸੈਂਟਰ ਲਾਤੇ ਆ, ਸੈਂਟਰ ਵੱਲੋਂ, ਕਿ ਪਹਿਲਾਂ ਕੁਆਲਿਟੀ ਚੈੱਕ ਕਰੋ। ਸੋ ਇੰਡੀਆ ਦੇ ਜਦੋਂ ਹੁਣ ਕਣਕ ਭੇਜਣੀ ਬਾਹਰ ਨੂੰ, ਪਹਿਲਾਂ ਸਭ ਤੋਂ ਪਹਿਲਾਂ ਤਾਂ ਕੁਆਲਿਟੀ ਚੈੱਕ ਕਰਨੀ ਹੈ ਨਾ। ਹਾਂਜੀ। ਕਿ ਉਹ ਕੁਆਲਿਟੀ ਦੇ ਬਰਾਬਰ ਵੀ ਹੈਗੀ ਹੈ, ਤਾਂ ਉਸ ਤੋਂ ਬਾਅਦ ਭੇਜੋ। ਦੂਸਰੀ ਗੱਲ, ਉਹਨਾਂ ਨੇ ਰਸ਼ੀਆ ਤੋਂ ਜਿਹੜਾ ਆਇਲ ਲੈਣਾ ਹੈ, ਹੁਣ ਰਸ਼ੀਆ ਤੋਂ ਆਇਲ ਲੈਣ ਦੇ 2 ਫਾਇਦੇ ਹੋ ਗਏ। ਇੱਕ ਤਾਂ ਉਹਨਾਂ ਨੇ ਸਸਤਾ ਦੇਣਾ, ਦੂਸਰਾ ਉਹਨਾਂ ਦਾ ਟ੍ਰੇਡ ਜਿਹੜਾ ਹੈ ਰੁਪਈਏ ਤੇ ਰੂਬਲ ਦੇ ਵਿੱਚ ਹੁੰਦਾ ਹੈ। ਜਿਹੜੀ ਹਾਰਡ ਕਰੰਸੀ ਆ, US ਦਾ ਡਾਲਰ ਵਰਤਦੇ ਆ, ਉਹਦੇ ਨਾਲ ਹੋਰ ਸਮਾਨ ਲੈ ਸਕਦੇ ਆ। ਜਿਹੜਾ ਉਹਨਾਂ ਨੂੰ ਰੁਪਈਏ ਦੇ ਦਿਓ, ਉਹ ਰੁਪਈਏ ਲੈ ਲੈਂਦੇ ਆ ਜੀ, ਤੇ ਉਹ ਇਹਨਾਂ ਨੂੰ ਰੂਬਲ ਦੇ ਦਿੰਦੇ ਆ ਤੇ ਇਹ ਰੂਬਲ ਲੈ ਲੈਂਦੇ। ਸੋ ਇਹਨਾਂ ਨੂੰ ਜਿਹੜਾ ਟ੍ਰੇਡ ਦੇ ਵਿੱਚ ਜੇ ਇੱਥੇ ਲੜਾਈ ਹੋਈ ਆ, ਇਹ ਆ ਮੌਕਾ ਇੰਡੀਆ ਨੇ ਸਾਂਭਿਆ ਕਿ ਇਹਦੇ ਵਿੱਚ ਸਿਰਫ ਆਪਣੇ ਹਿੱਤ ਦੇਖੋ। ਅਮਰੀਕਾ ਨੇ ਇੰਡੀਆ ਦਾ ਸਾਥ ਨਹੀਂ ਛੱਡਣਾ, ਕਿਉਂਕਿ ਅਮਰੀਕਾ ਵਾਲਿਆਂ ਨੂੰ ਲੋੜ ਹੈ ਇੰਡੀਆ ਦੀ ਚਾਈਨਾ ਦੇ ਖਿਲਾਫ ਖੜਨ ਦੀ। ਚਾਈਨਾ ਇਹਨਾਂ ਨੂੰ ਮੇਨ ਐਨਮੀ ਬਣਿਆ ਹੈ, ਨੰਬਰ 1 ਇਸ ਵਕਤ ਜੀ, ਤੇ ਇੰਡੀਆ ਵਾਲਿਆਂ ਨੂੰ ਪਤਾ ਹੈ ਇਸ ਗੱਲ ਦਾ। ਸੋ ਇਸ ਕਰਕੇ ਉਹਨਾਂ ਨੇ ਜਿਹੜੇ ਹੁਣ ਮੌਕੇ ਮਿਲੇ ਆ ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਵੇਲੇ, ਉਹਨਾਂ ਦਾ ਫਾਇਦਾ ਉਠਾ ਰਿਹਾ ਹੈ। ਜਿੱਦਾਂ ਇਹ ਫਾਇਦਾ ਉਠਾ ਰਿਹਾ ਹੈ, ਇਹ ਵੀ ਫਾਇਦਾ ਉਠਾ ਰਿਹਾ ਹੈ, ਵੱਖ-ਵੱਖ ਸੈਂਕਸ਼ਨ ਲਾ ਕੇ ਫਾਇਦਾ ਉਠਾ ਰਿਹਾ ਹੈ। ਹਾਂਜੀ, ਉਹਨਾਂ ਨੇ ਸੋਚਿਆ ਵੀ ਅਸੀਂ, ਜਦ ਟਰਕੀ ਨੇ ਕਿਹਾ ਸੀ ਕਿ ਫਾਇਦਾ ਲੈਣ ਲਈ ਤੁਸੀਂ ਹੈਗੇ ਆ, ਨੁਕਸਾਨ ਉਠਾਉਣ ਲਈ ਅਸੀਂ। ਸੋ ਇਦਾਂ ਹੀ ਇੰਡੀਆ ਨੇ ਸੋਚਿਆ ਕਿ ਅਸੀਂ ਨੁਕਸਾਨ ਕਾਹਨੂੰ ਉਠਾਈਏ, ਜੇ ਸਾਨੂੰ ਮੌਕਾ ਮਿਲਿਆ ਹੈ। ਕਿ ਇੰਟਰਨੈਸ਼ਨਲ ਪੋਲਿਟਿਕਸ ਕਹਿੰਦੇ ਹੁੰਦੇ ਆ ਵੀ ਇੱਕ ਪਾਸੇ ਜਿੱਥੇ ਖਤਰਨਾਕ ਘਟਨਾਵਾਂ ਹੋ ਰਹੀਆਂ ਹਨ, ਉੱਥੇ ਮੌਕੇ ਵੀ ਮਿਲਦੇ ਜੀ। ਕਿਤੇ ਖਤਰਾ ਵੀ ਹੁੰਦਾ, ਉਹਦੇ ਨਾਲ ਮੌਕਾ ਵੀ ਮਿਲ ਜਾਂਦਾ। ਸੋ ਆਹ ਵਧੀਆ ਮੌਕਾ ਉਹਨਾਂ ਲਈ ਐਕਸਪੋਰਟ ਕਰਨ ਲਈ। ਵੀਟ, ਇੰਡੀਆ ਲਾਰਜੈਸਟ ਪ੍ਰੋਡਿਊਸਰ ਹੈ ਦੁਨੀਆ ਦੇ ਵਿੱਚ, ਔਰ 1960 ਦੇ ਵਿੱਚ ਜਦੋਂ ਗ੍ਰੀਨ ਰੈਵੋਲੂਸ਼ਨ ਸ਼ੁਰੂ ਕੀਤਾ ਹੈ, ਉਦੋਂ ਉੱਥੇ ਭੁੱਖਮਰੀ ਸੀ। ਉਸ ਵੇਲੇ MSP ਸ਼ੁਰੂ ਕੀਤੀ ਆ, ਉਸ ਵੇਲੇ ਗੈਰੰਟੀਡ ਪਰਚੇਸਿੰਗ ਸ਼ੁਰੂ ਕੀਤੀ ਆ, ਜਿਹੜੀ ਕਿਸਾਨ ਅੰਦੋਲਨ ਚੱਲਦਾ ਸੀ। ਇਹ ਕਹਿੰਦੇ ਸੀ ਗੈਰੰਟੀਡ, ਸਾਨੂੰ ਗਾਰੰਟੀ ਕਰੋ ਕਿ ਤੁਸੀਂ ਖਰੀਦੋਗੇ। ਪਰ ਉਸ ਵੇਲੇ 60s ਦੇ ਵਿੱਚ ਤਾਂ ਭੁੱਖਮਰੀ ਸੀ। ਸੋ ਗੌਰਮੈਂਟ ਖਰੀਦਦੀ ਸੀ ਤਾਂ ਲੋਕਾਂ ਨੂੰ ਦਿੰਦੀ ਸੀ ਮੁਫਤ। ਹੁਣ ਵੀ ਸਬਸਿਡੀ ਤਾਂ ਦਿੰਦੀ ਹੈ ਫੈਡਰਲ ਗੌਰਮੈਂਟ, ਕੇਂਦਰ ਦੀ ਸਰਕਾਰ, ਪਰ 20 ਮਿਲੀਅਨ ਟਨ ਜਿਹੜੀ ਕਣਕ ਆ ਉਹ ਵਾਧੂ ਖਰੀਦਦੇ ਜਿੰਨੀ ਉਹਨਾਂ ਨੂੰ ਲੋੜ ਹੁੰਦੀ ਹੈ। ਪਰ ਜੇ ਉਹ ਹੁਣ ਐਕਸਪੋਰਟ ਕਰ ਸਕਣ ਤਾਂ ਇਹਦੇ 'ਚ ਉਹਨਾਂ ਨੂੰ ਫਾਇਦਾ ਹੈ। ਜੀ ਬਿਲਕੁਲ। ਡਾਕਟਰ ਸਾਹਿਬ, ਆਪਾਂ ਫਰਾਈਡੇ ਵਾਲੇ ਦਿਨ ਕਹਾਣੀ ਸੁਣਾਉਂਦੇ ਹੁੰਦੇ ਆ ਤੇ ਕਹਾਣੀ ਦਾ ਟਾਈਮ ਹੋ ਚੁੱਕਿਆ, ਤੇ ਫਿਰ ਹੁਣ ਸਾਨੂੰ ਕਹਾਣੀ ਸੁਣਾ ਦਿਓ ਜੀ। ਕਹਾਣੀ ਹੈ ਜੀ ਅੱਜ ਪਿੰਡ ਦਾ ਮੌਲਵੀ ਜੀ। ਪਿੰਡ ਛੋਟਾ ਜਿਹਾ ਪਿੰਡ ਹੈ ਤੇ ਉੱਥੇ ਮਸਜਿਦ ਹੈ, ਨਾਲ ਉਹਦੇ ਮਦਰਸਾ ਹੈ। ਉਹਦੀ ਦੇਖ ਰੇਖ ਕਰਦਾ ਹੈ ਪਿੰਡ ਦਾ ਮੌਲਵੀ। ਪਿੰਡ ਦਾ ਮੌਲਵੀ ਹੋਣ ਕਰਕੇ ਉਹ ਮੋਹਤਬਰਾਂ ਦੇ ਵਿੱਚ ਵੀ ਗਿਣਿਆ ਜਾਂਦਾ ਹੈ। ਮੀਆਂ ਜੀ ਹੁੰਦੀ ਉਹਨੂੰ।
ਉਹਦਾ ਛੋਟਾ ਜਿਹਾ ਪਰਿਵਾਰ ਹੈ, ਬੇਗਮ ਹੈ ਉਹਦੇ ਇੱਕ ਬੇਟਾ ਹੈ, ਇੱਕ ਬੇਟੀ ਹੈ। ਤਾਂ ਬੇਟਾ ਉਹਦਾ ਕੋਈ ਬਹੁਤਾ ਅਕਲ ਵਾਲਾ ਨਹੀਂ, ਜਿੱਦਾਂ ਪਸ਼ੂ ਚਾਰਨ ਵਾਲੇ ਹੁੰਦੇ ਨੇ, ਨਹਿਰ 'ਚ ਨਹਾ ਲਿਆ, ਆਹ ਕਰ ਲਿਆ। ਪਰ ਫਿਰ ਵੀ ਕਹਿੰਦੇ ਹੁੰਦੇ ਆ, ਮਾਂ ਪੁਰ ਬੇਟੀ ਪਿਤਾ ਪੁਰ ਪੂਤ ਘਾਸ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ। ਉਹਨੇ ਕਈ ਗੱਲਾਂ ਤਾਂ ਸਿੱਖ ਲਈਆਂ ਮੌਲਵੀ ਤੋਂ, ਤੇ ਇਸ ਕਰਕੇ ਥੋੜਾ ਬਹੁਤਾ ਉਹਨੂੰ ਇਲਮ ਸੀ। ਹੁਣ ਮੌਲਵੀ ਨੂੰ ਕੋਈ ਬਿਮਾਰੀ ਲੱਗ ਗਈ ਤਾਂ ਮੌਲਵੀ ਦੀ ਮੌਤ ਹੋ ਗਈ। ਉਹ ਮੌਤ ਹੋ ਗਈ ਤੇ ਪਿੰਡ ਦੀ ਫਿਰ ਸ਼ੂਰਾ ਕਮੇਟੀ ਬੈਠੀ ਹੈ ਉਹ ਕਿ ਹੁਣ ਮੌਲਵੀ ਕਿਹਨੂੰ ਲਾਇਆ ਜਾਵੇ। ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਤਾਂ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਕੀਤਾ ਕਿ ਦੇਖੋ ਮੌਲਵੀ ਸਾਹਿਬ ਦਾ ਪਰਿਵਾਰ ਹੈ, ਇੱਥੇ ਰਹੇ ਆ, ਇਹ ਬੱਚੇ ਇੱਥੇ ਜੰਮੇ ਪੜੇ ਆ, ਇਹਨਾਂ ਨੂੰ ਇਹ ਵਿਚਾਰੇ ਕਿੱਥੇ ਜਾਣਗੇ। ਨਾਲੇ ਵੈਸੇ ਵੀ ਮੌਲਵੀ ਦਾ ਮੁੰਡਾ ਆ, ਉਹਨੂੰ ਪਤਾ ਹੀ ਹੋਣਾ ਥੋੜਾ ਬਹੁਤ। ਉਹਨਾਂ ਨੇ ਕਿਹਾ ਵੀ ਚਲੋ ਇਹਨੂੰ ਮੌਲਵੀ ਬਣਾ ਦਿੰਦੇ ਹਾਂ, ਮੌਲਵੀ ਮੁੰਡੇ ਨੂੰ। ਉਹਨਾਂ ਨੇ ਮੌਲਵੀ ਦੇ ਮੁੰਡੇ ਨੂੰ ਦੂਸਰੇ ਦਿਨ ਸੱਦ ਲਿਆ ਆਪਣੇ ਕਮੇਟੀ ਵਾਲਿਆਂ ਨੂੰ, ਕਹਿੰਦੇ ਵੀ ਅਸੀਂ ਫੈਸਲਾ ਕੀਤਾ ਕਿ ਤੁਹਾਨੂੰ ਮੌਲਵੀ ਸਾਹਿਬ ਬਣਾਇਆ ਜਾਵੇ। ਮੁੰਡਾ ਡਰਿਆ ਹੈ ਥੋੜਾ ਜਿਹਾ ਕਿ ਇਹ ਕੰਮ ਥੋੜਾ ਜਿਹਾ ਔਖਾ ਆ ਸੰਭਾਲਣਾ, ਮੈਨੂੰ ਇੰਨੀ ਅਕਲ ਵੀ ਹੈ ਨਹੀਂ, ਕਈ ਹੁੰਦੇ ਨਾ ਬੁੱਧੂ। ਤੇ ਉਹ ਕਹਿੰਦਾ ਕਿ ਮੈਂ ਘਰਦਿਆਂ ਨਾਲ ਸਲਾਹ ਕਰਕੇ ਤੁਹਾਨੂੰ ਦੱਸੂਗਾ। ਕਮੇਟੀ ਵਾਲੇ ਥੋੜੇ ਜਿਹਾ ਹੋਰ ਪ੍ਰਸੰਨ ਹੋਏ ਵੀ ਵੈਸੇ ਘਰਦਿਆਂ ਨਾਲ ਸਲਾਹ ਕਰਕੇ ਦੱਸੂਗਾ, ਆਗਿਆਕਾਰੀ ਪੁੱਤ ਹੈ। ਤੇ ਉਹ ਆਇਆ ਆਪਣੀ ਅੰਮਾ ਨੂੰ ਦੱਸਿਆ, ਕਹਿੰਦਾ ਮਾਂ ਨੂੰ ਕਿ ਮੈਨੂੰ ਕਮੇਟੀ ਵਾਲਿਆਂ ਨੇ ਪ੍ਰਪੋਜ਼ ਕੀਤਾ ਹੈ ਕਿ ਤੂੰ ਮੌਲਵੀ ਬਣ। ਤੇ ਮੇਰੇ ਮਨ ਦੇ ਵਿੱਚ ਅਜੇ ਵੀ ਥੋੜਾ ਜਿਹਾ ਡਰ ਹੈ ਕਿ ਮੌਲਵੀ ਤਾਂ ਬਣ ਸਕਦਾ, ਪਰ ਪਿਤਾ ਜੀ ਵਾਂਗੂ ਮੈਨੂੰ ਪਤਾ ਨਹੀਂ ਹੈ ਬਹੁਤਾ। ਅੱਬਾ ਨੂੰ ਤਾਂ ਪਤਾ ਹੁੰਦਾ ਸੀ, ਮੈਂ ਉਹਨਾਂ ਹੁਸ਼ਿਆਰ ਨਹੀਂ ਹਾਂ। ਉਹਦੀ ਮਾਂ ਕਹਿਣ ਲੱਗੀ, ਕਹਿੰਦੀ ਰਿਜ਼ਕ ਆਇਆ ਘਰ ਮੋੜੀ ਦਾ ਨਹੀਂ ਹੁੰਦਾ, ਵੈਸੇ ਵੀ ਨਾਲੇ ਤਾਂ ਅੱਲਾ ਦੀ ਸੇਵਾ ਕਰ, ਨਾਲੇ ਘਰਦਿਆਂ ਦੀ ਸੇਵਾ ਕਰ। ਪਿੰਡ ਦੇ ਵਿੱਚ ਟੌਰ ਨਾ ਫਿਰੂੰਗਾ ਮੌਲਵੀ ਬਣ ਕੇ। ਉਹ ਕਹਿੰਦੀ ਚੱਲ ਨਹੀਂ, ਜੇ ਤੇਰੀ ਹਾਲੇ ਗੱਲ ਬਣਦੀ ਤਾਂ ਸ਼ਹਿਰ ਨਾਲ ਹੀ ਸ਼ਹਿਰ ਸੀ ਉਹਨਾਂ ਦੇ, ਕਹਿੰਦੀ ਸ਼ਹਿਰ ਜਾ, ਮਾਮਾ ਤੇਰਾ ਬਿਜ਼ਨਸਮੈਨ ਆ, ਚੰਗਾ ਪੈਸੇ ਵਾਲਾ ਆ, ਜੇ ਤਾਂ ਤੈਨੂੰ ਕੋਈ ਉਹ ਹਾਂ ਕਰਦਾ ਕਿਤੇ ਕੰਮ ਕੁੰਮ ਦਿਵਾਉਣ ਦੀ ਤਾਂ ਫੇਰ ਤਾਂ ਠੀਕ ਹੈ, ਨਹੀਂ ਤਾਂ ਇੱਥੇ ਇਹਨਾਂ ਨੂੰ ਹਾਂ ਕਰ। ਉਹਦੀ ਵੀ ਸਲਾਹ ਪੁੱਛਣ ਵਾਲੇ। ਉਹਨੇ ਸਾਈਕਲ ਤੇ ਲੱਤ ਮਾਰੀ, ਚਲ ਗਿਆ ਮਾਮੇ ਦੇ ਕੋਲ। ਜਾ ਕੇ ਮਾਮੇ ਨੂੰ ਕਹਾਣੀ ਸੁਣਾਈ। ਮਾਮੇ ਨੇ ਦੱਸਿਆ, ਮਾਮਾ ਕਹਿੰਦਾ ਕਿ ਆਹ ਤਾਂ ਬਹੁਤ ਵਧੀਆ ਗੱਲ ਹੈ ਮੌਲਵੀ ਬਣ ਜਾਣਾ, ਇਹ ਇੱਜ਼ਤ ਵਾਲੀ ਗੱਲ ਹੈ ਤੇ ਵੈਸੇ ਵੀ ਅੱਲਾ ਦੀ ਸੇਵਾ ਹੈ, ਤੂੰ ਜਾ ਕੇ ਹਾਂ ਕਰ ਕਮੇਟੀ ਵਾਲਿਆਂ ਨੂੰ। ਉਹ ਕਹਿੰਦਾ ਮਾਮਾ ਮੈਂ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਕੁ ਮੇਰੀ ਅਕਲ ਹੈ, ਉਹਦੇ ਹਿਸਾਬ ਦੇ ਨਾਲ ਮੈਂ ਠੀਕ ਨਹੀਂ ਲੱਗਦਾ। ਅੱਬਾ ਨੂੰ ਤਾਂ ਬਹੁਤ ਪਤਾ ਸੀ, ਮੈਨੂੰ ਨਹੀਂ ਹੁੰਦਾ, ਕੁਛ ਲਰਨ ਕੀਤਾ ਨਹੀਂ। ਕਹਿੰਦਾ ਉਹਦਾ ਮਾਮਾ ਕਹਿੰਦਾ ਗੱਲ ਤਾਂ ਹੈਗੀ ਆ ਵੀ ਠੀਕ ਤੇਰੀ, ਪਰ ਪਿੰਡ ਦੇ ਲੋਕ ਆ, ਇਹ ਕਿਹੜੇ ਬਾਬਾ ਫਰੀਦ ਦੀ ਫੈਮਿਲੀ ਚੋਂ ਆ, ਇਹਨਾਂ ਨੂੰ ਵੀ ਕੀ ਪਤਾ ਹੈ। ਕਹਿੰਦੇ ਹੁੰਦੇ ਅੰਨਿਆਂ ਚ ਕਾਣਾ ਰਾਜਾ। ਹਾਂਜੀ। ਉਹ ਕਹਿੰਦਾ ਵੀ ਦੂਸਰੀ ਗੱਲ ਮੈਂ ਤੈਨੂੰ ਦੱਸ ਦਿੰਦਾ, ਇੱਥੇ ਮੇਰੇ ਲਾਗੇ ਹਵੇਲੀ ਆ ਵੱਡੇ ਮੁੱਲਾ ਦੀ, ਤੇ ਉੱਥੇ ਸ਼ਹਿਰ ਦੇ ਸਾਰੇ ਮੌਲਵੀ ਸ਼ਾਮ ਨੂੰ ਆ ਕੇ ਬਹਿੰਦੇ ਤੇ ਇਹ ਅਕਸਰ ਮਜ਼ਹਬ ਬਾਰੇ ਗੱਲ ਕਰਦੇ ਹੁੰਦੇ ਆ, ਕਹਾਣੀਆਂ ਸੁਣਾਉਂਦੇ ਨੇ, ਗੁਫ਼ਤਗੂ ਕਰਦੇ ਨੇ। ਇਹ ਗੱਲਾਂ ਸੁਣ ਕੇ ਜਾ ਕੇ ਤੂੰ ਪਿੰਡ 'ਚ ਜਾ ਕੇ ਸੁਣਾਈ ਜਾਈ ਤੇ ਤੈਨੂੰ ਉਹਨਾਂ ਨੇ ਹੁਸ਼ਿਆਰ ਸਮਝਣਾ ਸਾਰਿਆਂ ਨੇ। ਉਹ ਕਹਿੰਦਾ ਠੀਕ ਹੈ। ਕਹਿੰਦਾ ਤੂੰ ਪਰ ਪਹਿਲਾਂ ਸਾਡੇ ਘਰ ਆ ਜਾਈਂ, ਇੱਥੋਂ ਕੁਛ ਕਬਾਬ ਬਣਾ ਕੇ ਦੇ ਦੇਵਾਂਗੇ, ਕੋਈ ਹਾਂਡੀ ਬਣਾ ਕੇ ਦੇ ਦਿਆਂਗੇ, ਮੌਲਵੀਆਂ ਨੂੰ ਖਿਲਾਈ, ਉਹਨਾਂ ਨੇ ਖੁਸ਼ ਹੋ ਜਾਣਾ, ਨਾਲੇ ਖੁਸ਼ ਹੋਣਗੇ ਕਿ ਬੰਦਾ ਸਾਡੇ ਕੋਲ ਆਉਂਦਾ ਹੈ, ਕੁਝ ਸਿੱਖਣ ਲਈ ਆਉਂਦਾ ਹੈ। ਉਹਨੇ ਗਿਆ ਵਾਪਸ ਪਿੰਡ 'ਚ, ਕਿਹਾ ਵੀ ਠੀਕ ਹੈ ਕਮੇਟੀ ਵਾਲਿਆਂ ਨੂੰ, ਕਹਿੰਦਾ ਵੀ ਠੀਕ ਹੈ ਮੈਂ ਮੌਲਵੀ ਬਣ ਜਾਣਾ। ਉਹ ਕਹਿੰਦੇ ਵੀ ਕੰਮ ਸ਼ੁਰੂ ਕਰ, ਇੱਕ ਤਾਂ ਮਸਜਿਦ ਸਾਹਮਣੀ ਹੈ, ਦੂਸਰਾ ਮਦਰਸਾ, ਮਦਰਸੇ ਦੇ ਵਿੱਚ ਸਕੂਲ ਦੇ ਵਿੱਚ ਹੁਣ ਬੱਚੇ ਪੜ੍ਹਦੇ ਨੇ। ਉਹ ਮਾਮੇ ਦੀ ਗੱਲ ਸੁਣ ਲਈ ਉਹਨੇ, ਤਾਂ ਮਾਮੇ ਦੇ ਕੋਲੋਂ ਘਰੋਂ ਪਹਿਲਾਂ ਉਹਨੇ ਸਮਾਨ ਚੱਕਣਾ ਖਾਣ ਪੀਣ ਦਾ ਤੇ ਮੌਲਵੀਆਂ ਦੇ ਕੋਲ ਚਲ ਜਾਣਾ। ਮੌਲਵੀਆਂ ਨੇ ਜਿਹੜੀਆਂ ਕਹਾਣੀਆਂ ਸੁਣਾਈਆਂ ਉਹ ਸੁਣਾ ਆ ਕੇ ਉਹਨੇ ਮਦਰਸੇ ਸੁਣਾ ਦੇਣੀਆਂ ਤੇ ਉਹ ਕੰਮ ਬੜਾ ਚੱਲਦਾ ਰਿਹਾ ਤੇ ਬੜਾ ਲੋਕੀ ਵੀ ਉਹਦੀ ਇੱਜ਼ਤ ਕਰਨ ਲੱਗ ਪਏ ਕਿ ਇਹਨੂੰ ਬੜਾ ਪਤਾ ਹੈ, ਅਸੀਂ ਤਾਂ ਇਹਨੂੰ ਪਸ਼ੂ ਕੱਟੇ ਚਾਰਨ ਵਾਲਾ ਹੀ ਸਮਝਦੇ ਹੁੰਦੇ ਸੀ, ਇਹ ਤਾਂ ਬੜਾ ਗਿਆਨੀ ਨਿਕਲਿਆ। ਅੱਛਾ, ਉਹਦੇ ਮੌਲਵੀਆਂ ਨੇ ਵੀ ਉਹਨਾਂ ਚਿਰ ਕਹਾਣੀ ਨਾ ਸ਼ੁਰੂ ਕਰਨੀ ਜਿੰਨਾ ਚਿਰ ਮੀਆਂ ਅਸ਼ਰਫ ਖਾਨ ਨਹੀਂ ਆਏ।
ਜਿਹਨੂੰ ਸ਼ਹਾਦਾ ਕਹਿੰਦੇ ਹੁੰਦੇ ਸੀ ਪਿੰਡ ਦੇ ਵਿੱਚ, ਹੁਣ ਮੀਆਂ ਅਸ਼ਰਫ ਖਾਨ ਬਣ ਗਿਆ ਜੀ। ਤੇ ਉਹਦੀ ਇੱਜ਼ਤ ਹੋਣ ਲੱਗ ਪਈ। ਇੱਜ਼ਤ ਹੁਣ ਹੁੰਦੀ ਤੇ ਉਹ ਥੋੜੀ ਜਿਹੀ ਗਰੂਰ ਵੀ ਆ ਜਾਂਦਾ ਕਿ ਮੈਂ ਹੁਣ ਮੌਲਵੀ ਆ, ਮੈਂ ਮੀਆਂ ਆ, ਲੋਕੀ ਮੈਨੂੰ ਮੀਆਂ ਜੀ ਤਾਂ ਹੁੰਦੀ ਸਾਰੇ ਪਾਸੇ ਜੀ ਕਰਕੇ ਹੁੰਦੀ ਆ। ਮੋਹਤਵਰਾਂ ਦੇ ਵਿੱਚ ਬੈਠਦਾ ਆ, ਸਲਾਹ ਲੈਂਦੇ ਆ ਲੋਕੀ ਸਲਾਹ ਲੈਂਦੇ ਨੇ। ਹੁਣ ਭਾਵੇਂ ਲੋਕਾਂ ਦੇ ਘਰਾਂ ਦੇ ਜੇ ਤੁਸੀਂ ਜ਼ਖਣੀ ਬਣਾਈ ਜਾਂ ਲੂਣ ਜ਼ਿਆਦਾ ਪੈ ਜਾਵੇ ਤਾਂ ਮੌਲਵੀ ਦੇ ਆਉਂਦੇ, ਪਰ ਦੇ ਤਾਂ ਦਿੰਦੇ ਨਾ ਕੁਛ ਖਾਣ ਨੂੰ। ਉਹ ਚ ਇਹ ਗੱਲ ਹੈ ਵੀ ਤੁਸੀਂ ਚੌਲਾਂ ਚ ਨਾ ਤੇ ਲੂਣ ਪਾਓ, ਉਹ ਵਿੱਚ ਮਿਕਸ ਕਰ ਦਿਓ ਤੇ ਮੌਲਵੀ ਦੇ ਖਾਣ ਪੀਣ ਦੇ ਵੀ ਚੰਗੇ ਹੋ ਗਏ ਦਿਨ, ਤੇ ਵੈਸੇ ਵੀ ਉਹਦੀ ਬੱਲੇ ਬੱਲੇ ਮੌਲਵੀ ਦੀ। ਉਹ ਇੱਕ ਦਿਨ ਸ਼ਹਿਰ ਦੇ ਵਿੱਚ ਕਿਸੇ ਮੌਲਵੀ ਨੇ ਸ਼ਹਿਰ ਦੇ ਨੇ ਗੱਲ ਸੁਣਾਈ। ਉਹਨੇ ਕਿਹਾ ਵੀ ਹਦੀਸ ਦੇ ਵਿੱਚ ਲਿਖਿਆ, ਹਦੀਸ ਹੁੰਦੀ ਹੈ ਜਿੱਦਾਂ ਸਾਡੇ ਸਾਖੀਆਂ ਨਹੀਂ ਸਿਖਾਉਂਦੇ, ਹਾਂਜੀ, ਗੁਰੂਆਂ ਦੀਆਂ ਸਾਖੀਆਂ ਸੁਣਾਉਂਦੇ। ਹਦੀਸ ਦੇ ਵਿੱਚ ਹਜ਼ਰਤ ਸਾਹਿਬ ਦੀ ਜ਼ਿੰਦਗੀ ਬਾਰੇ ਕਹਾਣੀਆਂ ਨੇ, ਸਾਖੀਆਂ ਵਰਗੀ ਕਿਤਾਬ। ਵੈਸੇ ਅਰਬਿਕ ਸ਼ਬਦ ਹਦੀਸ ਕਹਿੰਦੇ ਆ ਉਹਨੂੰ, TH ਥੱਥਾ ਬੋਲਦੇ ਆ, ਹਾਂਜੀ, ਤੇ ਲਹਿੰਦੇ ਪੰਜਾਬ ਵਾਲੇ ਹਦੀਸ ਕਹਿੰਦੇ ਉਹਨੂੰ। ਉਹ ਕਹਿੰਦਾ ਵੀ ਹਦੀਸ ਦੇ ਵਿੱਚ ਲਿਖਿਆ ਆ ਕਿ ਜਿਹੜੇ ਬੰਦੇ ਦੀ ਦਾੜੀ ਇੱਕ ਗਿੱਠ ਤੇ 4 ਉਂਗਲਾਂ ਤੋਂ ਜ਼ਿਆਦਾ ਹੋਵੇ ਉਹ ਮੂਰਖ ਹੁੰਦਾ। ਅੱਛਾ, ਉਹ ਹੁਣ ਕਹਾਣੀ ਬੜੀ ਦਿਲਚਸਪ ਹੈ। ਹਾਂਜੀ, ਉਹਨੇ ਕਹਾਣੀ ਸੁਣ ਕੇ ਤਾਂ ਦੂਸਰੇ ਦਿਨ ਮਦਰਸੇ ਦੇ ਵਿੱਚ ਸੁਣਾਤੀ ਮੁੰਡਿਆਂ ਨੂੰ। ਮਦਰਸੇ ਦੇ ਵਿੱਚ ਸੁਣਾ ਕੇ ਤਾਂ ਘਰ ਨੂੰ ਆਇਆ, ਪਰੇਸ਼ਾਨ ਬੜਾ। ਤੇ ਉਹਦੀ ਬੇਗਮ ਕਹਿੰਦੀ ਕਿ ਮੁੱਲਾ ਅੱਜ ਬੜੇ ਪਰੇਸ਼ਾਨ ਲੱਗਦੇ, ਕੀ ਗੱਲ ਹੋਈ? ਉਹ ਕਹਿੰਦਾ ਵੀ ਮੈਂ ਰਾਤੀ ਕਹਾਣੀ ਸੁਣੀ ਸੀ ਮੌਲਵੀ ਦੇ ਕੋਲੋਂ ਸ਼ਹਿਰ ਦੇ ਵਿੱਚ, ਤੇ ਉਹ ਕਹਿੰਦਾ ਸੀ ਵੀ ਜਿਸ ਬੰਦੇ ਦੀ ਦਾੜੀ ਇੱਕ ਗਿੱਠ ਤੇ 4 ਉਂਗਲਾਂ ਤੋਂ ਜ਼ਿਆਦਾ ਹੋਵੇ ਉਹ ਮੂਰਖ ਹੁੰਦਾ। ਹੁਣ ਮੈਂ ਕਹਿਆ ਹਦੀਸ ਦੇ ਵਿੱਚ ਪੜ੍ਹੀ ਆ, ਮੈਂ ਕਦੇ ਹਦੀਸ ਦੇ ਵਿੱਚ ਪੜ੍ਹੀ ਨਹੀਂ, ਮੈਨੂੰ ਇਹ ਵੀ ਨਹੀਂ ਪਤਾ ਵੀ ਵਿੱਚ ਲਿਖੀ ਆ ਜਾਂ ਨਹੀਂ ਲਿਖੀ। ਜੇ ਕੱਲ ਨੂੰ ਕਿਸੇ ਨੇ ਪੜ੍ਹ ਲਈ ਤਾਂ ਮੇਰੀ ਤਾਂ ਬੇਇੱਜ਼ਤੀ ਹੋ ਗਈ ਨਾ। ਹਾਂਜੀ, ਉਹਦੇ ਘਰ ਵਾਲੀ ਵੀ ਕਹਿੰਦੀ, ਉਹ ਬੇਗਮ ਕਹਿੰਦੀ ਵੀ ਇੱਥੇ ਕਿਹੜੇ ਬਾਹੂ ਸੁਲਤਾਨ ਦੇ ਚੇਲੇ ਰਹਿੰਦੇ ਆ, ਪਿੰਡ ਦੇ ਲੋਕ ਆ, ਇਹਨਾਂ ਨੂੰ ਕੀ ਪਤਾ ਉੱਥੇ, ਇਹਨਾਂ ਨੇ ਕਿੱਥੇ ਜਾ ਕੇ ਪੜ੍ਹਨੀ ਹੈ, ਜਿਹੜੀ ਤੂੰ ਸੁਣਾਇਆ ਉਹ ਸੁਣਾਇਆ। ਉਹ ਕਹਿੰਦੀ ਨਾਲੇ ਇਸ ਗੱਲ ਦਾ ਫਿਕਰ ਨਾ ਕਰ, ਤੈਨੂੰ ਜੇ ਫਿਕਰ ਹੋਣਾ ਚਾਹੀਦਾ ਤਾਂ ਆਪਣੀ ਦਾੜੀ ਦਾ ਫਿਕਰ ਹੋਣਾ ਚਾਹੀਦਾ। ਇਹ ਮੁੰਡੇ ਬੜੇ ਸ਼ਰਾਰਤੀ ਆ, ਇਹਨਾਂ ਨੇ ਜਾ ਕੇ ਆਪਣੇ ਅੱਬਾ ਨੂੰ ਦੱਸੀ ਹੋਣੀ, ਘਰਦਿਆਂ ਨੂੰ ਦੱਸੀ ਹੋਣੀ ਵੀ ਏਦਾਂ ਦੀ ਗੱਲ ਕੀਤੀ ਹੈ। ਹਾਂਜੀ, ਕੱਲ ਨੂੰ ਖੁਦਾ ਨਾ ਖਾਸਤਾ ਕਿ ਤੇਰੀ ਕੋਈ ਦਾੜੀ ਮਿਣ ਲੱਗ ਪਵੇ ਤੇ ਤੇਰੀ ਤੂੰ ਪਹਿਲਾਂ ਆਪਣੀ ਦਾੜੀ ਮਿਣ ਕੇ ਦੇਖ ਲਾ। ਉਹਨੇ ਦਾੜੀ ਦਾ ਗਿੱਠ ਤੇ 4 ਉਂਗਲਾਂ ਥੱਲੇ ਨੂੰ ਕੀਤੀਆਂ ਤਾਂ ਉਹ ਜ਼ਿਆਦਾ ਵੱਡੀ ਐਕਚੁਅਲੀ। ਠੀਕ ਹੈ, ਉਹਨੂੰ ਫਿਕਰ ਪੈ ਗਿਆ, ਕਹਿੰਦਾ ਕਿ ਇਹ ਤਾਂ ਜ਼ਿਆਦਾ ਵੱਡੀ ਦਾੜੀ। ਹੁਣ ਉਹ ਵੱਡੀ ਦਾੜੀ ਨੂੰ ਕੀ ਕਰੋ ਤੁਸੀਂ? ਕਹਿੰਦਾ ਬੇਗਮ ਏਦਾਂ ਕਰ, ਕੈਂਚੀ ਲਿਆ, ਥੱਲਿਓਂ ਮੈਂ ਕੱਟ ਲੈਣਾ ਹੈ, ਕੱਟੀ ਦਾੜੀ ਤੇ ਫਿਰ ਮੇਰੀ ਬਰਾਬਰ ਹੋ ਜਾਊਗੀ, ਇੱਕ ਗਿੱਟ ਤੇ 4 ਉਂਗਲਾਂ ਦੇ ਬਰਾਬਰ। ਹਾਂਜੀ, ਉਹ ਕਹਿੰਦੀ ਮੀਆਂ ਜੇ ਤੂੰ ਥੱਲਿਓਂ ਕੱਟ ਲਈ ਤਾਂ ਬੁਰੀ ਲੱਗਣੀ ਆ, ਜਿੱਦਾਂ ਬੁਹਾਰੀ ਨਹੀਂ ਹੁੰਦੀ ਆਪਣੇ ਉਹਦੇ ਜੇ ਤੁਸੀਂ ਇੱਕ ਪਾਸਿਓਂ ਵੱਢ ਲਓ ਪਤਾ ਲੱਗ ਜਾਂਦਾ ਉਹਦਾ, ਵੈਸੇ ਜੇ ਤੁਸੀਂ ਸੁੰਬਰਦੇ ਆ ਤੁਹਾਨੂੰ ਪਤਾ ਨਹੀਂ ਲੱਗਦਾ। ਮੁੱਲਾ ਅੰਦਰ ਵੜਿਆ ਦਲਾਨ ਦੇ ਵਿੱਚ, ਉਹਨੇ ਸ਼ੀਸ਼ਾ ਦੇਖਣ ਲਈ ਵੀ ਕਿੰਨੀ ਕੁ ਵੱਡੀ ਹੈ। ਫਿਰ ਉਹਦੇ ਲਾਗੇ ਉਹਨੇ ਦੇਖਿਆ ਕਿ ਇੱਕ ਦੀਵਾ ਵੜਦਾ, ਦੀਵਾ ਹੁੰਦਾ ਸੀ ਜਿਹਦੇ ਵਿੱਚ ਬੱਤੀ ਜੀ ਬਾਹਰ ਨੂੰ ਨਿਕਲੀ ਹੁੰਦੀ ਸੀ। ਹਾਂਜੀ, ਤੇ ਥੱਲੇ ਉਹਦੇ ਚ ਮਿੱਟੀ ਦਾ ਤੇਲ ਪਾਇਆ ਹੁੰਦਾ। ਤਾਂ ਉਹਨੇ ਸੋਚਿਆ ਵੀ ਜੇ ਜਲਾ ਲਵਾਂ ਥੱਲਿਓਂ ਦਾੜੀ ਤਾਂ ਫੇਰ ਪਤਾ ਨਹੀਂ ਲੱਗਣਾ, ਕਿਉਂਕਿ ਕੱਟੀ ਦਾ ਤਾਂ ਪਤਾ ਲੱਗ ਜਾਂਦਾ। ਹਾਂਜੀ, ਜੇ ਜਲੀ ਹੋਵੇ ਤਾਂ ਫੇਰ ਨਹੀਂ ਪਤਾ ਲੱਗਣਾ। ਉਹਨੇ ਦੀਵੇ ਦੀ ਬੱਤੀ ਤਾਨ ਕੀਤੀ ਤਾਂ ਦਾੜੀ ਮੂੰਹ ਉੱਥੇ ਨੂੰ ਕਰਤੀ, ਉਹ ਇੱਕਦਮ ਸਾਰੀ ਅੱਗ ਲੱਗ ਗਈ ਤੇ ਉਹਦੇ ਅੱਗ ਲੱਗ ਗਈ ਤਾਂ ਉਹਦੀ ਸਾਰੀ ਦਾੜੀ ਸੜ ਗਈ। ਤੇ ਇੰਨੇ ਚਿਰ ਨੂੰ ਬੇਗਮ ਦਲਾਨ ਚ ਆ ਵੜੀ, ਦੇਖਿਆ ਉਹਨੇ ਵੀ ਮੁੱਲਾ ਏਦਾਂ ਖੜਾ ਜਿੱਦਾਂ ਮੁਰਗੀ ਦੇ ਫੰਗ ਲਾਏ। ਉਹ ਹੱਸੀ ਜਾਵੇ। ਹਾਂਜੀ, ਬੇਗਮ ਹੱਸੇ ਤਾਂ ਮੁੱਲਾ ਨੂੰ ਹੁਣ ਗੁੱਸਾ ਆਵੇ, ਇੱਕ ਤਾਂ ਉਹਦੀ ਦਾੜੀ ਸੜ ਗਈ, ਦੂਜੀ ਬੇਗਮ ਹੱਸੀ ਜਾਂਦੀ। ਉਹ ਕਹਿੰਦਾ ਬੇਗਮ
चिड़ियां दी मौत गवारां दा हासा बई मेरे नाल तां आह हो गई तू कहनों हस्सण लगी है। ਉਹ ਕਹਿੰਦੀ ਮੁੱਲਾ ਮੀਆਂ ਮੈਨੂੰ ਇਸ ਗੱਲ ਦਾ ਪਤਾ ਨਹੀਂ ਵੀ ਹਦੀਸ ਦੇ ਵਿੱਚ ਲਿਖੀ ਕਿ ਨਹੀਂ ਲਿਖੀ, ਪਰ ਇਹ ਲੱਗਦੀ ਮੈਨੂੰ ਸੱਚੀ ਆ। ਪ੍ਰੂਵ ਕਰਤਾ ਤੂੰ ਬਈ ਮੂਰਖ ਹੀ ਹੁੰਦਾ ਬੰਦਾ। ਇਹਦੇ ਵਿੱਚ ਕਈਆਂ ਗੱਲਾਂ 'ਚ ਜਿਹੜੀਆਂ ਸੁਣੀਆਂ ਸੁਣਾਈਆਂ ਵੀ ਹੁੰਦੀਆਂ ਹਨ, ਉਹਨਾਂ ਦੇ ਵਿੱਚ ਕਿਸੇ ਸਿਆਣੇ ਨੇ ਬਣਾਈ ਆ ਕੋਈ ਗੱਲ, ਤੇ ਉਹਨੂੰ ਹੁਣ ਫਿਕਰ ਪੈ ਗਿਆ ਇਸ ਗੱਲ ਦਾ ਕਿ ਇਹ ਠੀਕ ਨਾ ਹੋਵੇ ਕਿਤੇ ਲੋਕੀ ਮੇਰੇ ਨਾਲ ਬਾਹਰ ਅੰਦਰ ਗਏ ਦੇਖਣ ਨਾ ਵੀ ਤੇਰੀ ਦਾੜੀ ਠੀਕ ਹੈ, ਤੇਰੀ ਦਾੜੀ ਤਾਂ ਨਹੀਂ ਵੱਡੀ, ਲੋਕੀ ਮੈਨੂੰ ਕਹਿਣਗੇ ਮੂਰਖ ਆ। ਦਿਲ 'ਚ ਚੋਰ ਸੀ, ਦਿਲ ਦੇ ਵਿੱਚ ਚੋਰ ਸੀ ਕਿ ਪਤਾ ਹੈ ਨਹੀਂਗਾ ਮੈਨੂੰ, ਦੱਸ ਮੈਂ ਸੁਣੀ ਸੁਣਾਈ ਗੱਲ ਕਰਕੇ ਉਹ ਫਸ ਗਿਆ ਵਿਚਾਰਾ। ਹਾਂਜੀ, ਇਸ ਕਰਕੇ ਕਹਿੰਦੇ ਹੁੰਦੇ ਵੀ ਸੁਣੀ ਸੁਣਾਈ ਗੱਲ ਵੈਸੇ ਨਾ ਕਰੋ, ਫਿਰ ਉਸ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਜ਼ਰੂਰ ਰਹਿੰਦੀ ਹੈ। ਹਾਂਜੀ ਬਿਲਕੁਲ। ਨਾਲੇ ਵੈਸੇ ਵੀ ਨਾ ਜਦੋਂ ਕੋਈ ਇੱਕ ਬੰਦਾ ਗੱਲ ਸੁਣ ਕੇ ਫਿਰ ਦੂਸਰੇ ਨੂੰ, ਦੂਸਰਾ ਤੀਸਰੇ ਨੂੰ ਸੁਣਾਉਂਦਾ, ਚੇਂਜ ਹੋ ਜਾਂਦੀ ਹੈ ਗੱਲ, ਅੱਗੇ 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 ਤੱਕ ਜਾਂਦੀ ਹੋਈ। ਉਹੀ ਜਿਹੜੀਆਂ ਫੰਗਾਂ ਦੀਆਂ ਡਾਰਾਂ ਬਣੀਆਂ ਕਹਾਣੀ ਸੁਣਾਈ ਸੀ। ਹਾਂਜੀ, ਤੇ ਇਹਦੇ ਵਿੱਚ ਇਹ ਹੈ ਕਿ ਉਹ ਗੱਲ ਸੁਣ ਕੇ ਸੁਣਾਉਂਦਾ ਰਿਹਾ, ਉਹਦੀ ਬੱਲੇ ਬੱਲੇ ਹੋ ਗਈ, ਜਿਹੜੀ ਬੱਲੇ ਬੱਲੇ ਹੋ ਗਈ ਉਹਨੇ ਉਹਨੂੰ ਹੋਰ ਤਾਂ ਚੱਕ ਦਿੱਤਾ। ਹਾਂਜੀ, ਇਹ ਰੀਅਲਾਈਜ਼ ਨਹੀਂ ਕੀਤਾ ਕਿ ਮੈਂ ਪੜ੍ਹਦਾ ਗਿਣਦਾ ਤਾਂ ਹੈ ਨਹੀਂ, ਮੈਂ ਸੁਣ ਕੇ ਕਹਾਣੀਆਂ ਇਹਨਾਂ ਨੂੰ ਸੁਣਾਈ ਜਾਣ। ਹਾਂਜੀ, ਹੁਣ ਜਿਹੜੀ ਗੱਲ ਤੇ ਉਹਨੂੰ ਸ਼ੱਕ ਪੈ ਗਈ ਕਿ ਸੱਚੀ ਨਾ ਮੇਰੇ ਤੇ ਗੁਜ਼ਰ ਜਾਵੇ, ਕੱਲ ਨੂੰ ਖੁਦਾ ਨਾ ਖਾਸਤਾ ਪੰਚਾਇਤ ਦੇ ਵਿੱਚ ਕਹਿਣ ਵੀ ਮੁੱਲਾ ਲਿਆ ਪਹਿਲਾਂ ਤੇਰੀ ਦਾੜੀ ਮਨੀ। ਉਹਨੂੰ ਇਹ ਹੋ ਗਿਆ ਨਾ ਕਿ ਕਹਿਣਗੇ ਤੈਨੂੰ ਤਾਂ ਸੱਚੀ ਮੁੱਟੀ ਅਕਲ ਨਹੀਂ ਹੈਗੀ, ਇਸ ਕਰਕੇ ਮੇਰਾ ਕਿਤੇ ਅਹੁਦਾ ਹੀ ਨਾ ਚਲੇ ਜਾ, ਫਿਰ ਦਿਮਾਗ 'ਚ ਇਹ ਵੀ ਹੋਣਾ ਹੀ ਆ। ਜੀ ਜੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਸੁਣੀ ਸੁਣਾਈ ਜਿਹੜੀ ਗੱਲ ਹੈਗੀ ਆ ਨਾ, ਉਹਦੇ ਤੇ ਨਹੀਂ ਤੁਹਾਨੂੰ ਜ਼ਿਆਦਾ ਗੌਰ ਨਹੀਂ ਕਰਨਾ ਚਾਹੀਦਾ, ਦੇਖੋ ਪਹਿਲਾਂ, ਸਮਝੋ ਉਸ ਚੀਜ਼ ਨੂੰ। ਜਿਹੜੀ ਸੁਣੀ ਸੁਣਾਈ ਗੱਲ ਆ ਨਾ, ਉਹਨੂੰ ਅੱਗੇ ਨਾ ਸੁਣਾਓ ਜਦੋਂ ਤੱਕ ਤੁਹਾਨੂੰ ਸ਼ੋਰ ਨਹੀਂ ਹੈਗਾ, ਫੈਕਟ ਤੁਹਾਨੂੰ ਕੁਝ ਪਤਾ ਹੀ ਨਹੀਂ। ਤੁਸੀਂ ਜੇ ਗੱਲ ਸੁਣ ਲਈ ਆ, ਸੁਣਨੀ ਤਾਂ ਗੱਲਾਂ ਤਾਂ ਬਹੁਤ ਹੁੰਦੀਆਂ ਬਾਹਰ। ਹਾਂਜੀ, ਤੁਸੀਂ ਸੁਣ ਹੀ ਸਕਦੇ ਤੁਸੀਂ। ਹਾਂਜੀ, ਇਹ ਤਾਂ ਸਿਆਣਪ ਵਾਲੀ ਗੱਲ ਹੈ, ਸੁਣ ਲੈਣੀ। ਪਰ ਕਹਿੰਦੇ ਹੁੰਦੇ ਵੀ ਰੱਬ ਨੇ 2 ਕੰਨ ਦਿੱਤੇ ਆ ਤੇ 1 ਮੂੰਹ ਦਿੱਤਾ ਹੈ, ਦੁੱਗਣਾ ਸੁਣੋ ਤੇ ਉਦੋਂ ਘੱਟ ਬੋਲੋ। ਜੀ, ਪਰ ਬਹੁਤੇ ਬੰਦੇ ਸਮਝਦੇ ਆ ਕਿ ਦੁੱਗਣਾ ਬੋਲੋ ਤਾਂ ਘੱਟ ਸੁਣੋ। ਸੋ ਇਹਦੇ ਵਿੱਚ ਇਹ ਵੀ ਗੱਲ ਆ ਵੀ ਜਿਹੜੀ ਬੋਲਣ ਦੀ ਗੱਲ, ਬੋਲਣ ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਇੱਕ ਸਿਆਣੇ ਨੇ ਮੈਨੂੰ ਗੱਲ ਦੱਸੀ ਸੀ, ਕਹਿੰਦਾ ਵੀ 2 ਗੱਲਾਂ ਆ, ਮੂੰਹ ਤੇ ਜਿਹੜਾ ਕਾਬੂ ਰੱਖੋ, ਇੱਕ ਤਾਂ ਖਾਣ ਤੇ ਤੁਸੀਂ ਘੱਟ ਖਾਓਗੇ, ਤੋਲ ਕੇ ਖਾਓਗੇ, ਚੰਗੀਆਂ ਚੀਜ਼ਾਂ ਖਾਓਗੇ, ਇਹੀ ਨਾ ਦੇਖੋ ਕਿ ਇਹ ਚੀਜ਼ ਸਵਾਦ ਹੈ, ਤਾਂ ਦੂਸਰਾ ਬੋਲੋ ਘੱਟ। ਮੈਂ ਉਹਨਾਂ ਨੂੰ ਹੱਸਦਾ ਸੀ, ਮੈਂ ਕਿਹਾ ਆ ਪਹਿਲੀ ਤਾਂ ਗੱਲ ਠੀਕ ਹੈ ਲੱਗਦੀ ਮੈਨੂੰ, ਇਹ ਤਾਂ ਮੈਂ ਸਾਂਭ ਲੂੰਗਾ, ਆ ਬੋਲਣ ਵਾਲੀ ਥੋੜੀ ਜਿਹੀ ਔਖੀ ਲੱਗਦੀ ਹੈ। ਕਹਿੰਦੇ ਪਹਿਲਾਂ ਤੋਲੋ ਫਿਰ ਬੋਲੋ, ਪਹਿਲਾਂ ਤੋਲੋ ਫਿਰ ਬੋਲੋ। ਹੁਣ ਇਹਦੇ ਵਿੱਚ ਕਿੱਦਾਂ ਤੁਸੀਂ ਕੰਟਰੋਲ ਕਰ ਸਕਦੇ ਹੋ? ਉਹਨੂੰ ਲੱਗਾ ਕਿ ਮੈਂ ਤਾਂ ਹੁਣ ਮੁੱਲਾ ਬਣ ਗਿਆ, ਮੌਲਵੀ ਬਣ ਗਿਆ ਪਿੰਡ ਦਾ, ਮੈਨੂੰ ਜੋ ਕਹਾਣੀਆਂ ਉਹ ਸੁਣਾਉਂਦੇ ਆ ਸੁਣਾ ਦਿੰਦਾ ਪਿੰਡ ਆ ਕੇ, ਇਹਨਾਂ ਨੂੰ ਪਤਾ ਹੀ ਨਹੀਂ, ਪਿੰਡ ਵਾਲਿਆਂ ਨੂੰ ਕੀ ਪਤਾ ਉੱਥੇ, ਨਾਲੇ ਖਾਸ ਤੌਰ ਤੇ ਮਦਰਸੇ ਦੇ ਵਿੱਚ ਕਿਹੜੇ PhD ਕਰਦੇ ਸੀ, ਉਹੀ ਤਾਂ ਪਹਿਲੀ ਦੂਜੀ ਵਾਲੇ ਜਵਾਕ ਹੈ। ਨਾਲੇ ਨਾ ਉਹਨੂੰ ਨੇਮ ਫੇਮ ਮਿਲ ਗਿਆ ਸੀ, ਤੇ ਥੋੜੀ ਜਿਹੀ ਵੀ ਜੇ ਬੰਦੇ ਨੂੰ ਪਾਵਰ ਮਿਲ ਜਾਵੇ, ਤੁਹਾਨੂੰ ਪਤਾ ਹੀ ਹੈ ਫਿਰ ਨਸ਼ਾ ਕਿੰਨਾ ਹੁੰਦਾ ਪਾਵਰ ਦਾ। ਇੱਕ ਤਾਂ ਉਹਦਾ ਨਾਂ ਚੇਂਜ ਹੋ ਗਿਆ ਨਾ। ਹਾਂਜੀ, ਮੀਆਂ ਅਸ਼ਰਫ ਖਾਨ। ਹਾਂਜੀ, ਕਿੱਥੇ ਤਾਂ ਕੋਈ ਉਹਦੇ ਨਾਲ ਗੱਲ ਨਹੀਂ ਸੀ ਕਰਦਾ, ਕਿੱਥੇ ਕਹਿੰਦੇ ਹੁਣੇ ਕੱਟਿਆਂ ਵਾਲਾ ਸ਼ਾਦਾ ਤੇ ਕਿੱਥੇ ਮੀਆਂ ਅਸ਼ਰਫ ਖਾਨ। ਤੇ ਉਹ ਕਹਿੰਦੇ ਕਿ ਪਰਸੂ ਪਰਸਾ ਪਰਸਰਾਮ, ਪਹਿਲਾਂ ਕੋਈ ਪਰਸੂ ਸੀ, ਫਿਰ ਉਹਦੀ ਥੋੜੀ ਜਿਹੀ ਦੌਲਤ ਆ ਗਈ, ਉਹਨੂੰ ਪਰਸਰਾਮ ਪਰਸਾ ਕਹਿਣ ਲੱਗ ਪਿਆ, ਫਿਰ ਪਰਸਰਾਮ ਕਹਿਣ ਲੱਗ ਪਿਆ। ਇਹ ਹਰ ਇੱਕ ਚੀਜ਼ ਦੇ ਨਾਲ ਅਹੁਦਾ ਵੀ ਵੱਧਦਾ ਜਾਂਦਾ ਨਾ। ਅਹੁਦਾ ਵਧਾਉਂਦੇ ਵਧਾਉਂਦੇ ਨੇ ਉਹ ਪੰਗਾ ਪਾ ਲਿਆ ਆਪਣੇ ਨੇ, ਆਪਣੀ ਸਾਰੀ ਦਾੜੀ ਸਾੜ ਲਈ। ਦਾੜੀ ਸਾੜ ਲਈ ਉਹਨੇ, ਜਾਂ ਤਾਂ ਕਿਸੇ ਨੂੰ ਕਹਿੰਦੇ ਹੁੰਦੇ ਆ ਵੀ ਕੰਨ ਤੋਂ ਵੀ ਸਲਾਹ ਲੈਣੀ ਚਾਹੀਦੀ ਹੈ, ਸ਼ਾਇਦ ਉਹਦੀ ਬੇਗਮ ਹੀ ਦੱਸ ਦਿੰਦੀ, ਪਰ ਉਹਨੂੰ ਫਿਕਰ ਇੰਨਾ ਸੀ ਅੰਦਰ ਬੜੇ ਨੂੰ ਕਿ ਖੁਦਾ ਨਾ ਖਾਸਤਾ ਕੱਲ ਨੂੰ ਕੋਈ ਪੁੱਛ ਲਵੇ ਮੈਨੂੰ ਤਾਂ ਮੈਂ ਕੀ ਜਵਾਬ ਦੇਣਾ, ਮੇਰੀ ਤਾਂ ਦਾੜੀ 1 ਗਿੱਠ ਤੇ 4 ਉਂਗਲਾਂ ਤੋਂ ਜ਼ਿਆਦਾ ਹੀ ਵੱਡੀ ਆ, ਤੇ ਥੱਲਿਓਂ ਹੁਣ
ਕੈਂਚੀ ਦੇ ਨਾਲ ਵੱਡੀ ਬੁਰੀ ਲੱਗਦੀ ਹੈ। ਪਤਾ ਲੱਗ ਜਾਂਦਾ ਵੈਸੇ ਕੈਂਚੀ ਦੇ ਨਾਲ। ਵੈਸੇ ਜਿਹੜੀ ਕਹਾਣੀ ਸੀ ਉਹਨੇ ਸਹੀ ਸਾਬਤ ਕਰਤੀ। ਉਹ ਬੇਗਮ ਨੇ ਕਿਹਾ ਵੀ ਕਹਿੰਦੀ ਇਹ ਨਹੀਂ ਮੈਨੂੰ ਪਤਾ ਵੀ ਹਦੀਸ ਦੇ ਵਿੱਚ ਲਿਖੀ ਜਾਂ ਨਹੀਂ, ਪਰ ਜੇ ਲਿਖੀ ਹੋਵੇ ਤਾਂ ਸੱਚੀ ਕਹਾਣੀ ਹੈ। ਤੂੰ ਵਾਕਿਆ ਹੀ ਮੂਰਖ ਹੈ। ਉਹਨੇ ਸਿੱਧ ਕਰਤਾ ਨਾ ਫਿਰ। ਉਹਨੇ ਇਸ ਗੱਲ ਤੇ ਸਿੱਧ ਕਰ ਦਿੱਤਾ। ਉਹਨੇ ਮੁੜ ਕੇ ਸ਼ਹਾਦਾ ਬਣ ਕੇ ਦਿਖਾ ਦਿੱਤਾ ਜਿਹੜਾ ਜੋ ਐਕਚੁਅਲੀ ਦੇ ਵਿੱਚ ਉਹ ਸੀਗਾ ਉਹ ਆ ਗਿਆ। ਉਹਦੇ ਤੋਂ ਨਾ ਆਪਣਾ ਜਿਹੜਾ ਨੇਮ ਫੇਮ ਸੀ ਜ਼ਿਆਦਾ ਉਹ ਸੰਭਾਲਿਆ ਨਹੀਂ ਗਿਆ। ਕਈ ਵਾਰੀ ਹੁੰਦਾ ਨਾ ਬਈ ਕਈ ਲੋਕਾਂ ਨੂੰ ਜਿਹੜਾ ਉਹ ਡਿਜ਼ਰਵ ਵੀ ਨਹੀਂ ਕਰਦੇ ਜ਼ਿਆਦਾ ਮਿਲ ਜਵੇ ਨੇਮ ਫੇਮ, ਹਨਾ, ਲੋਕੀ ਜ਼ਿਆਦਾ ਉਹਦੀ ਪੁੱਛ ਜੀ ਕਰਨ ਲੱਗ ਜਾਣ, ਉਹਨਾਂ ਤੋਂ ਡਾਈਜੈਸਟ ਨਹੀਂ ਹੁੰਦੀ ਫਿਰ ਉਹ ਜ਼ਿਆਦਾ ਦਿਨਾਂ ਤੱਕ। ਉਹ ਕਹਿੰਦੇ ਹੈਗੇ ਕੋਈ ਬੰਦਾ ਪਤਾ ਤਾਂ ਹੈ ਨਹੀਂ ਸੀ ਉਹਨੂੰ, ਸੀ ਤਾਂ ਉਹ ਤਲੀਮ ਤਾਂ ਕਦੇ ਲਾਗੇ ਨਹੀਂ ਲੰਘਿਆ ਸੀ ਉਹ ਕਿਸੇ ਤਲੀਮ ਦੇ, ਤਾਂ ਲੋਕਾਂ ਨੂੰ ਸ਼ੱਕ ਪੈਂਦੀ ਸੀ ਕਿ ਇਹ ਬੰਦਾ ਬੜਾ ਅਕਲ ਵਾਲਾ ਬੰਦਾ ਹੈ। ਉਹ ਸ਼ੱਕ ਦੇ ਨਾਲ ਹੀ ਲੋਕੀ ਉਹਦੀ ਥੋੜੀ ਜਿਹੀ ਇੱਜ਼ਤ ਕਰਨ ਲੱਗ ਪਏ। ਉਹਨੂੰ ਇੱਜ਼ਤ ਇੰਨੀ ਕੁ ਮਿਲਣੀ ਸ਼ੁਰੂ ਹੋ ਗਈ ਕਿ ਫਿਰ ਉਹ ਵੱਡਾ ਸਰਦਾਰ ਬਣ ਕੇ ਤਾਂ ਲੈਕਚਰ ਕਰਨ ਲੱਗ ਪਿਆ। ਜਦੋਂ ਉਹਨੇ ਮੂੰਹ ਖੋਲ੍ਹਿਆ ਲੋਕਾਂ ਨੇ ਕਿਹਾ ਇਹ ਤਾਂ ਮੂਰਖ ਆਦਮੀ ਹੈ। ਉਹਨੇ ਆਪਣਾ ਭਾਂਡਾ ਆਪ ਹੀ ਤੋੜ ਲਿਆ। ਜੀ ਬਿਲਕੁਲ। ਜੇ ਉਹ ਚੁੱਪ ਕਰਕੇ ਬੈਠਾ ਰਹਿੰਦਾ ਤਾਂ ਫਿਰ ਉਹਦੇ ਨਾਲ ਉਹਦੀ ਇੱਜ਼ਤ ਵੀ ਕਾਇਮ ਰਹਿਣੀ ਸੀ, ਲੋਕਾਂ ਨੂੰ ਸ਼ੱਕ ਵੀ ਰਹਿਣਾ ਸੀ ਵੀ ਇੱਕ ਚੁੱਪ 100 ਸੁੱਖ। ਜਦੋਂ ਨਾਲੇ ਉਹਨੇ ਕਹਾਣੀ ਸੁਣੀ ਸੀ, ਸੁਣ ਕੇ ਉਹਨੂੰ ਉਦੋਂ ਵੀ ਸੋਚਣਾ ਚਾਹੀਦਾ ਸੀ ਵੀ ਇਹ ਮੈਨੂੰ ਸੁਣਾਉਣੀ ਚਾਹੀਦੀ ਹੈ ਕਿ ਨਹੀਂ, ਜੇ ਫਿਰ ਤੇ ਸਵਾਲ ਉਠਾ ਲਿਆ ਕਿਸੇ ਨੇ ਜੀ। ਪਰ ਉਹ ਕਹਿੰਦੇ ਨੇ ਇਹ ਤਾਂ ਉਹਦੀ ਗੱਲ ਹੈ ਜਿਹਨੇ ਪਹਿਲਾਂ ਸੋਚਣਾ ਹੈ। ਜਿਹੜਾ ਪਹਿਲਾਂ ਸੋਚੋ ਫਿਰ ਬੋਲੋ। ਹਾਂਜੀ, ਪਹਿਲਾਂ ਤੋਲੋ ਫਿਰ ਬੋਲੋ। ਤੇ ਜਿਹਨੇ ਪਹਿਲਾਂ ਬੋਲ ਪੈਣਾ ਉਦੋਂ ਬਾਅਦ ਸੋਚਣਾ, ਇਹ ਮੁੱਲਾ ਦੀ ਕਹਾਣੀ ਜੀ। ਬਿਲਕੁਲ ਬਿਲਕੁਲ। ਤਾਂ ਹੀ ਕਹਿੰਦੇ ਹੁੰਦੇ ਕਿ ਮੁੱਲਾ ਜੋ ਕੁਝ ਕਹਿੰਦਾ ਆ ਉਹ ਤੇ ਅਮਲ ਕਰੋ। ਇਹ ਵੀ ਕਹਾਵਤਾਂ ਦੀ ਗੱਲ ਕਰਦੇ ਸੀ ਕਿ ਜੋ ਕੁਝ ਉਹਨੇ ਕਿਹਾ ਆ ਉਹ ਤਾਂ ਕੁਰਾਨ ਤੋਂ ਸਿੱਖਿਆ ਹੋਣਾ ਜਾਂ ਉਹਨੇ ਹਦੀਸ ਤੋਂ ਸਿੱਖਿਆ ਹੋਣਾ, ਪੁਰਾਣੇ ਜੁਰਿਸਡਿਕਸ਼ਨ ਤੋਂ ਸਿੱਖਿਆ ਹੋਣਾ, ਤਾਂ ਉਹ ਕਰੋ ਤੁਸੀਂ, ਕਿਉਂਕਿ ਇਹਨੇ ਤੁਹਾਨੂੰ ਤਾਂ ਉਹੀ ਗੱਲਾਂ ਦੱਸਣੀਆਂ ਜਿਹੜੀਆਂ ਇਹਨੇ ਪੜ੍ਹੀਆਂ ਜੀ ਜੀ। ਪਰ ਜੋ ਕਰਦਾ ਉਹ ਨਾ ਕਰੋ। ਇਹ ਗੱਲ ਹੈਗੀ ਉਹਨਾਂ ਨੇ ਅਮਲ ਤੇ ਵੀ ਇਹ ਪੜ੍ਹਾਉਂਦੇ ਹੋਰ ਗੱਲ ਹੈ ਤੇ ਕਰਦੇ ਹੋਰ ਹੈ। ਜਿਨ੍ਹਾਂ ਨੇ ਸਹੁੰ ਖਾਧੀ ਹੁੰਦੀ ਵੀ ਅਸੀਂ ਦੱਸਣੀਆਂ ਲੋਕਾਂ ਨੂੰ ਚੰਗੀਆਂ ਗੱਲਾਂ, ਅਸੀਂ ਗੁਰਬਾਣੀ ਦੀਆਂ ਦੱਸਣੀਆਂ, ਪਰ ਆਪ ਉਹਦੇ ਬਿਲਕੁਲ ਉਲਟ ਕੰਮ ਕਰਨਾ। ਤੁਸੀਂ ਬਿਲਕੁਲ ਸਹੀ ਕਿਹਾ। ਬਹੁਤ ਲੋਕ ਹੁੰਦੇ ਆ ਜਦੋਂ ਨਾ ਤੁਸੀਂ ਗੱਲਬਾਤ ਕਰਦੇ ਹੋ ਕਿਸੇ ਸਮਾਜਿਕ ਮੁੱਦੇ ਤੇ, ਕਿਸੇ ਨਾਲ ਤੁਸੀਂ ਗੱਲ ਕਰਦੇ ਹੋ, ਲੋਕ ਨਾ ਤੁਹਾਡੇ ਨਾਲ ਬਹੁਤ ਸਿਆਣਪ ਦੇ ਨਾਲ ਗੱਲ ਕਰਦੇ ਆ ਉਸ ਮੁੱਦੇ ਦੇ, ਪਰ ਅੰਦਰ ਤੋਂ ਉਹਦੇ ਲਈ ਉਦਾਂ ਸੋਚਦੇ ਨਹੀਂ ਜਿਹੜਾ ਕੁਝ ਉਹ ਗੱਲਬਾਤ ਦੇ ਦੌਰਾਨ ਤੁਹਾਡੇ ਨਾਲ ਡਿਸਕਸ ਕਰਦੇ ਆ, ਪਰ ਅੰਦਰੂਨੀ ਤੌਰ ਤੇ ਉਹ ਉਸ ਚੀਜ਼ ਦੇ ਅਗੇਂਸਟ ਹੁੰਦੇ ਆ। ਤਾਂ ਹੀ ਕਹਿੰਦੇ ਅਮਲ ਦੇਖੋ। ਹਾਂਜੀ, ਇਹ ਉੱਥੇ ਅਮਲਾਂ ਦੇ ਹੋਣੇ ਨਵੇੜੇ, ਕਿਸੇ ਨੇ ਤੇਰੀ ਜ਼ਾਤ ਪੁੱਛਣੀ। ਜੀ ਜੀ ਬਿਲਕੁਲ ਬਿਲਕੁਲ ਸਹੀ। ਅਮਲ ਦੀ ਗੱਲ ਹੈ ਵੀ ਜਿਹੜਾ ਬੰਦਾ ਜੋ ਕਹਿੰਦਾ ਆ ਉਹ ਕਰਦਾ ਕਿ ਨਹੀਂ। ਜੇ ਸਿਰਫ ਤੁਸੀਂ ਜੋ ਕੁਝ ਕਹਿੰਦੇ ਆ ਉਹ ਪਬਲਿਸਿਟੀ ਲਈ ਆ ਤਾਂ ਕਰਦੇ ਬਿਲਕੁਲ ਉਹਦੇ ਖਿਲਾਫ ਹੈ, ਤੇ ਫਿਰ ਇਹ ਆਪਣੇ ਕਹਿੰਦੇ ਹੁੰਦੇ ਵੀ ਤੁਹਾਡੇ ਜਿਹੜੇ ਕਰਨੀ ਤੇ ਕਹਿਣੀ ਦੇ ਵਿੱਚ ਜਿਹੜਾ ਅੰਤਰ ਹੈ ਉਹ ਜ਼ਿਆਦਾ ਵਧੀ ਜਾਂਦਾ। ਵੈਸੇ ਹਾਂਜੀ, ਤੁਸੀਂ ਬਹੁਤ ਜਗ੍ਹਾ ਤੇ ਦੇਖਦੇ ਆ ਕਿ ਜਿਹੜੇ ਕਰਨ ਲਈ ਤਾਂ ਬਹੁਤ ਵੱਡਾ ਹੁਣ ਜਿਹੜੇ ਜੇ ਪ੍ਰਾਈਮ ਮਿਨਿਸਟਰ ਨੇ ਬੋਲਣਾ ਹੋਵੇ, ਪ੍ਰੀਮੀਅਰ ਨੇ ਬੋਲਣਾ ਹੋਵੇ, ਪਹਿਲੀ ਤਾਂ ਗੱਲ ਇਹਨਾਂ ਨੇ ਆਪ ਲੈਕਚਰ, ਇਹਨਾਂ ਦੀ ਸਪੀਚ ਲਿਖੀ ਹੁੰਦੀ ਕਿਸੇ ਨੇ। ਹਾਂਜੀ, ਤੇ ਦੂਸਰੇ ਲੋਕਾਂ ਨੂੰ ਸ਼ਾਇਦ ਅੱਜ ਕੱਲ੍ਹ ਨਹੀਂ ਪਤਾ, ਇਹ ਪੜ੍ਹਦੇ ਨਹੀਂ, ਇੱਦਾਂ ਨਹੀਂ ਪੜ੍ਹਦੇ ਵੀ ਜਿੱਦਾਂ ਮੇਰੇ ਮੂਹਰੇ ਕਿਤਾਬ ਨੋਟਸ ਲੈ ਕੇ ਰੱਖੇ ਐਵੇਂ। ਇਹ ਮੂਹਰੇ ਟੈਲਾ ਪ੍ਰੰਪਟਰ ਹੁੰਦਾ ਜਿੱਦਾਂ ਕੰਪਿਊਟਰ ਸਕਰੀਨ ਹੈ, ਉਹਦੇ ਤੇ ਸਪੀਚ ਆਈ ਜਾਂਦੀ ਹੈ, ਉਹਨੂੰ ਪੜ੍ਹ ਕੇ ਸੁਣਾਈ ਜਾਂਦੀ। ਉਹ ਇੱਦਾਂ ਲੱਗਦਾ ਕਿ ਇਹ ਦਿਖਦਾ ਹੀ ਨਹੀਂ ਥੱਲੇ ਨੂੰ। ਹਾਂਜੀ, ਉਹ ਮੂਹਰੇ ਉਹਨਾਂ ਦੇ ਆਉਂਦੀ ਆ ਤੇ ਮੋਹਰ ਨੂੰ ਉਹ ਦੇਖਦਾ, ਮੂਹਰੇ ਹੀ ਕੈਮਰੇ ਹੁੰਦੇ ਆ। ਹਾਂਜੀ, ਤੇ ਉਹ ਹੁਣ ਬੜੀਆਂ ਸਿਆਣੀਆਂ ਗੱਲਾਂ ਲਿਖੀਆਂ ਆ, ਕਿਸੇ ਨੇ ਪੜ੍ਹੇ ਲਿਖੇ ਨੇ ਉਹਦੀ ਸਪੀਚ ਲਿਖੀ ਹੁੰਦੀ, ਤੇ ਉਹ ਤੋਂ ਫਿਰ ਅੰਦਾਜ਼ਾ ਲਾਉਂਦੇ ਕਿ ਵਾਕਿਆ ਹੀ ਬਹੁਤ ਅਕਲ ਵਾਲਾ ਬੰਦਾ ਹੋਣਾ ਜਿਹਨੇ ਇੰਨੀ ਸੋਹਣੀ ਸਪੀਚ ਦਿੱਤੀ ਹੈ ਜੀ। ਪਹਿਲੀ ਗੱਲ ਉਹ ਸਪੀਚ ਨਹੀਂ ਉਹਦੀ, ਇਹਨੂੰ ਤਾਂ ਲਿਖ ਕੇ ਦਿੱਤੀ ਹੈ ਨਾ, ਰਾਈਟਰ ਨੇ ਲਿਖ ਕੇ ਦਿੱਤੀ।
ਉਹਨਾਂ ਨੇ ਤਾਂ ਸਿਰਫ ਪੜ੍ਹਨੀ ਉਹਨਾਂ ਨੇ ਤਾਂ ਸਿਰਫ ਪੜ੍ਹਨੀ ਸੀ। ਉਸ ਤੋਂ ਬਾਅਦ ਉਹਨੂੰ ਪਤਾ ਹੀ ਨਹੀਂ ਹੋਣਾ ਵੀ ਮੈਂ ਕਿਹਾ ਕੀ ਆ। ਬਹੁਤ ਬੰਦੇ ਜਿਹੜੇ ਗੱਲ ਕਰ ਲੈਣਗੇ, ਇਹ ਨਹੀਂ ਪਤਾ ਹੁੰਦਾ ਕਿ ਗੱਲ ਕੀਤੀ ਕੀ ਆ। ਉਹ ਵੀ ਚੇਤੇ ਰੱਖਣੀ ਪੈਂਦੀ ਹੈ ਨਾ। ਜੇ ਤੁਸੀਂ ਆਪਣੇ ਆਪ ਬੋਲਦੇ ਆ ਫਿਰ ਤਾਂ ਤੁਹਾਨੂੰ ਯਾਦ ਰਵੇ, ਤੇ ਜੇ ਕਿਸੇ ਦੀ ਲਿਖੀ ਵਕਤੀ ਤੌਰ ਤੇ ਪੜ੍ਹਿਆ ਹੁੰਦੇ ਆ 10 ਮਿੰਟ ਜਾਂ 15 ਮਿੰਟ, ਫਿਰ ਤੁਹਾਨੂੰ ਕੀ ਯਾਦ ਰਹਿਣਾ। ਫਿਰ ਤੁਸੀਂ ਬਿਨਾਂ ਉਹ ਤੇ ਅਮਲ ਕਿੱਦਾਂ ਕਰਨਾ। ਤੁਸੀਂ ਅਮਲ ਵੀ ਤਾਂ ਯਾਦ ਦੇ ਨਾਲ ਹੀ ਹੋਊਗਾ ਕਿ ਮੈਂ ਜੇ ਕਿ ਲੋਕਾਂ ਨੂੰ ਕਿਹਾ ਕਿ ਝੂਠ ਨਹੀਂ ਬੋਲਣਾ ਚਾਹੀਦਾ, ਫਿਰ ਨਾ ਬੋਲਾਂ। ਜੇ ਮੈਂ ਲੋਕਾਂ ਨੂੰ ਕਿਹਾ ਕਿ ਫਰਾਡ ਇਦਾਂ ਦੀ ਗੱਲ ਹੈ, ਫਰਾਡ ਨਹੀਂ ਕਰਨਾ ਚਾਹੀਦਾ, ਨਹੀਂ ਫਿਰ ਨਾ ਕਰਾਂ। ਉਹ ਤੁਹਾਨੂੰ ਪਹਿਲਾਂ ਆਪ ਐਗਜ਼ਾਮਪਲ ਸੈੱਟ ਕਰਨੀ ਪੈਂਦੀ ਹੈ। ਆਪ ਐਗਜ਼ਾਮਪਲ ਸੈੱਟ ਕਰਨੀ ਪੈਂਦੀ ਹੈ ਜੀ, ਕਿਉਂਕਿ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ ਹੈ ਨਾ। ਮਿਸਾਲ ਬਣ ਕੇ ਜਿਓ, ਔਰ ਮਿਸਾਲ ਦੇ ਤੌਰ ਤੇ ਇਹ ਸਾਡੇ ਸਾਰੇ ਧਾਰਮਿਕ ਅਦਾਰਿਆਂ ਦੇ ਵਿੱਚ ਹੀ ਹੈ। ਵੈਸੇ ਇੱਥੇ ਹੁਣ ਬਹੁਤ ਇਨਵੈਸਟੀਗੇਸ਼ਨ ਹੋਈ ਹੈ ਕੈਥੋਲਿਕ ਪ੍ਰੀਸਟ ਦੀ ਕਿ ਇਹ ਪੜ੍ਹਾਉਂਦੇ ਕੀ ਆ ਤੇ ਕਰਦੇ ਕੀ ਆ। ਉਹ ਇੱਕ ਜੋਕ ਸੁਣਾਉਂਦੇ ਹੁੰਦੇ ਕਿ ਕਿਸੇ ਪ੍ਰੀਸਟ ਨੇ ਕਿਸੇ ਦਾ ਸਾਈਕਲ ਚੋਰੀ ਕਰ ਲਿਆ। ਉਹਦੇ ਬਾਅਦ ਦੇ ਵਿੱਚ ਉਹਨੂੰ ਚੇਤਾ ਆਇਆ, ਜਦੋਂ ਉਹ ਪੜ੍ਹਦੇ ਹੁੰਦੇ ਨੇ ਨਾ ਥਾਊ ਸ਼ੈਲ ਨਾਟ ਸਟੀਲ ਜੀ, ਤੇ ਫਿਰ ਉਹਨੂੰ ਚੇਤਾ ਆਇਆ ਕਿ ਮੈਂ ਹਾਲੇ ਕੱਲ ਕਿਸੇ ਦਾ ਸਾਈਕਲ ਚੋਰੀ ਕਰਕੇ ਆਇਆ। ਫਿਰ ਉਹਦੇ ਮਨ ਦੇ ਵਿੱਚ ਆਈ ਕਿ ਕੱਲ ਨੂੰ ਕੋਈ ਪੁੱਛੇ ਲਊਗਾ, ਇਸ ਕਰਕੇ ਉਹਨੇ ਕਿਸੇ ਹੋਰ ਦੇ ਥਰੂ ਉਸ ਬੰਦੇ ਦੇ ਕੋਲ ਸਾਈਕਲ ਭਜਾਇਆ ਕਿ ਇਹ ਤੇਰਾ ਉਸ ਜਗ੍ਹਾ ਤੇ ਸਾਈਕਲ ਪਿਆ ਸੀ, ਮੈਨੂੰ ਲੱਭਿਆ। ਉਹਨੇ ਇਹ ਐਡਮਿਟ ਨਹੀਂ ਕੀਤਾ ਕਿ ਪ੍ਰੀਸਟ ਨੇ ਚੋਰੀ ਕੀਤਾ, ਪਰ ਉਹ ਪੜ੍ਹਦੇ ਨੂੰ ਚੇਤਾ ਆ ਗਿਆ ਥਾਊ ਸ਼ੈਲ ਨਾਟ ਸਟੀਲ। ਦੇਖੋ, ਉਹਨੇ ਪੜ੍ਹਨ ਤੋਂ ਬਾਅਦ ਉਸ ਚੀਜ਼ ਬਾਰੇ ਸੋਚਿਆ, ਅਮਲ ਤਾਂ ਉਹਨੇ ਕੀਤਾ, ਚਾਹੇ ਉਹਨੇ ਚੋਰੀ ਕਰ ਲਈ ਸੀ ਪਹਿਲਾਂ, ਪਰ ਉਹਨੇ ਸੁਧਾਰਿਆ ਨਾ ਆਪਣੀ ਗਲਤੀ ਨੂੰ। ਕਈ ਲੋਕ ਸੁਧਾਰਦੇ ਨਹੀਂ। ਤੁਸੀਂ ਇਹ ਕਹਿ ਲਓ ਕਿਸੇ ਬੰਦੇ ਦੇ ਮਨ ਦੇ ਵਿੱਚ ਆ ਜਾਂਦੀ ਹੈ ਨਾ ਕਿ ਇਹ ਗੱਲ ਗਲਤ ਹੈ। ਹੁਣ ਬਹੁਤੇ ਸਾਈਕੋਲੋਜਿਸਟ ਸਟੱਡੀਜ਼ ਕਰਦੇ ਆ, ਉਹ ਕਹਿੰਦੇ ਕਿ ਕਿਸੇ ਬੰਦੇ ਨੂੰ ਕਈ ਵਾਰੀ ਨੀਂਦ ਨਹੀਂ ਆਉਂਦੀ। ਇਸ ਕਰਕੇ ਨੀਂਦ ਨਹੀਂ ਆਉਂਦੀ ਕਿ ਉਹਨਾਂ ਦੀ ਰੂਹ ਨਹੀਂ ਮੰਨਦੀ ਕਿ ਜੋ ਕੁਝ ਕੀਤਾ ਉਹਨਾਂ ਨੇ ਉਹ ਠੀਕ ਕੀਤਾ ਹੈ। ਬਹੁਤ ਬੰਦੇ ਆ, ਹਾਂ, ਜਿਹੜੇ ਮਨ ਮਾਰ ਗਏ ਹੋਣੇ ਆ। ਬਹੁਤ ਬੰਦੇ ਜਿਹੜੇ ਸਵੇਰ ਤੋਂ ਸ਼ਾਮ ਤਾਈਂ ਆਹ ਹੀ ਕੰਮ ਕਰਦੇ ਆ, ਹੇਰਾ ਫੇਰੀ। ਜੇ ਉਹਨਾਂ ਤੋਂ ਕੁਦਰਤੀ ਕੋਈ ਠੀਕ ਗੱਲ ਹੋ ਜਾਵੇ ਤਾਂ ਪਤਾ ਨਹੀਂ, ਪਰ ਉਹਨਾਂ ਨੇ ਝੂਠ ਬੋਲਣਾ, ਉਹ ਹੇਰਾ ਫੇਰੀ ਕਰਨੀ ਹੈ। ਪਰ ਜਿਹੜਾ ਬੰਦਾ ਆਮ ਸਧਾਰਨ ਬੰਦਾ ਆ, ਉਹਨੂੰ ਮਨ ਦੇ ਵਿੱਚ, ਉਹਦੀ ਰੂਹ ਦੇ ਵਿੱਚ ਆ ਜਾਂਦਾ ਕਿ ਇਹ ਗੱਲ ਗਲਤ ਕੀਤੀ ਮੈਂ। ਇਸ ਕਰਕੇ ਉਹਨੂੰ ਨੀਂਦ ਨਹੀਂ ਆਉਂਦੀ। ਇਹ ਸਾਡਾ ਕੁਦਰਤੀ ਮੈਕੈਨਿਜ਼ਮ ਹੈ ਇੱਕ ਬਾਡੀ ਦਾ। ਸਾਡੇ ਬਾਡੀ ਦੇ ਵਿੱਚ ਇੱਕ ਕੁਦਰਤ ਨੇ ਚੀਜ਼ ਭਰੀ ਆ ਕਿ ਤੁਸੀਂ ਠੀਕ ਰਾਹਾਂ ਤੇ ਤੁਰਨਾ। ਜੇ ਗਲਤ ਕੰਮ ਕਰਦੇ ਆ, ਤੁਹਾਡੇ ਆਪਣੇ ਅੰਦਰੋਂ ਆਵਾਜ਼ ਆਉਂਦੀ ਹੈ। ਜੀ ਬਿਲਕੁਲ। ਤਾਂ ਸਾਡੇ ਪੀਰਾਂ ਨੇ, ਗੁਰੂਆਂ ਨੇ ਇਹੀ ਕਿਹਾ ਕਿ ਅੰਦਰ ਬੋਲਦੇ ਦੀ ਨਾ ਤੈਨੂੰ ਸਮਝ ਮੁੱਲਾ, ਜਿਹੜਾ ਨਿਤ ਤੇਰੇ ਵਿੱਚ ਬੋਲਦਾ ਈ। ਭੁੱਲਾ ਆਪ ਫਿਰੇ ਟੋਲੇ ਬਾਹਰ, ਉਸ ਨੂੰ ਵਾਂਗ ਮੁਰਗੀਆਂ ਦੇ ਕੂੜਾ ਫੋਲਦਾ ਈ। ਜਰਾ ਦੇਖ ਤਾਂ ਅੰਦਰ ਧਿਆਨ ਦੇ ਕੇ, ਸ਼ਾਇਦ ਉਹ ਹੋਵੇ ਜਿਹਨੂੰ ਟੋਲਦਾ ਈ। ਬੁੱਲੇ ਸ਼ਾਹ ਜੁਦਾ ਨਹੀਂ ਰੱਬ ਤੇਥੋਂ, ਆਪੇ ਆਵਾਜ਼ ਮਾਰੇ ਆਪੇ ਬੋਲਦਾ ਈ। ਉਹਦਾ ਮਤਲਬ ਕਹਿਣ ਦਾ ਹੈ ਕਿ ਤੇਰੇ ਅੰਦਰ ਹੀ ਸਭ ਕੁਝ ਬੈਠਾ ਹੈ। ਹੁਣ ਉਹ ਜ਼ਿਆਦਾ ਦੂਰ ਜਾਂਦਾ, ਜ਼ਿਆਦਾ ਪਰੇ ਨੂੰ ਹੋ ਗਿਆ, ਨਹੀਂ ਮੰਨਦੇ ਲੋਕੀ, ਤਾਂ ਹੀ ਕਰਕੇ ਮੇਰੇ ਖਿਆਲ ਨੀਂਦ ਨਹੀਂ ਆਉਂਦੀ। ਅੱਜ ਵੈਸੇ ਨੀਂਦ ਵਾਲਾ ਦਿਨ ਵੀ ਹੈ, ਇੰਟਰਨੈਸ਼ਨਲ ਸਲੀਪ ਡੇ ਹੈ। ਜਦੋਂ ਤੁਸੀਂ ਗੱਲ ਕਰਦੇ ਸੀ ਨਾ, ਉਹ ਮੇਰੇ ਦਿਮਾਗ 'ਚ ਆਇਆ ਕਿ ਅੱਜ ਇੰਟਰਨੈਸ਼ਨਲ ਸਲੀਪ ਡੇ ਵੀ ਹੈਗਾ ਜੀ। ਤੇ ਹੁਣ ਸਮਾਂ ਹੋ ਚੁੱਕਿਆ ਜੀ ਅੱਜ ਦੇ ਵਿਚਾਰ ਦਾ। ਡਾਕਟਰ ਸਾਹਿਬ, ਆਪਣੇ ਸਰੋਤਿਆਂ ਨੂੰ ਅੱਜ ਦਾ ਵਿਚਾਰ ਦੱਸ ਦਿਓ। ਅੱਜ ਦਾ ਵਿਚਾਰ ਹੈ ਕਿ ਫਲਾਂ ਵਾਲਾ ਦਰਖਤ ਝੁਕਿਆ ਹੁੰਦਾ, ਸੁੱਕੀ ਲੱਕੜ ਤੇ ਮੂਰਖ ਟੁੱਟ ਤਾਂ ਜਾਂਦੇ ਆ ਪਰ ਝੁਕਦੇ ਨਹੀਂ। ਜੀ ਬਿਲਕੁਲ। ਤੇ ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਤੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ, ਸਾਨੂੰ ਦੱਸਣਾ ਜ਼ਰੂਰ। ਕਾਲ ਕਰ ਸਕਦੇ ਹੋ 6045929191 ਤੇ 6045929191 ਤੇ, ਜਾਂ ਫਿਰ ਤੁਸੀਂ ਸਾਨੂੰ ਸਾਡੇ ਕਿਸੇ ਵੀ ਸੋਸ਼ਲ ਮੀਡੀਆ ਹੈਂਡਲ ਤੇ ਮੈਸੇਜ ਕਰ ਸਕਦੇ ਹੋ। ਫੇਸਬੁੱਕ ਅਕਾਊਂਟ ਹੈ ਜੀ ਰੇਡੀਓ ਇੰਡੀਆ 1110, ਟਵਿੱਟਰ ਹੈ @radioindia1110 ਤੇ ਇੰਸਟਾਗ੍ਰਾਮ ਹੈ ਰੇਡੀਓ ਇੰਡੀਆ 1110 ਤੇ ਤੁਸੀਂ ਸਾਨੂੰ ਈਮੇਲ ਵੀ ਲਿਖ ਸਕਦੇ ਹੋ info@radioindia.ca। प्रोग्राम के साथ देने लिए बहुत बहुत शुक्रिया।
ਮੇਰੀ ਤੇ ਤੁਹਾਡੀ ਮੁਲਾਕਾਤ ਹੋਏਗੀ ਸੰਡੇ ਵਾਲੇ ਦਿਨ। ਪ੍ਰੋਗਰਾਮ ਅੱਜ ਦਾ ਮੁੱਦਾ ਇਤਿਹਾਸ ਦੇ ਝਰੋਖੇ ਚੋਂ ਜੋ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਬੈਰਿਸਟਰ ਲਵਲੀਨ ਸਿੰਘ ਗਿੱਲ ਮੇਰੇ ਨਾਲ ਕਰਦੇ ਆ। ਸੰਡੇ ਨੂੰ ਸਵੇਰੇ 8 ਤੋਂ ਲੈ ਕੇ 10 ਵਜੇ ਦੇ ਦਰਮਿਆਨ ਤੁਸੀਂ ਟਿਊਨ ਇਨ ਜ਼ਰੂਰ ਕਰਨਾ ਜੀ 11:10 AM।